श्री नानक अंगत गुरु अमरदास पद बंद रामदास अर्जन गुरु बर श्री हरगोविंद हरि राय हरे कृष्ण गुरु तेग बहादुर चंद दसवें गोविंद सिंह गुरु नमो चरण अरविंद श्री गुरु बचन कमाए जिन जीते पंच विकार तिन संतन को बंदना सिर चरणन पर तार कहाँ बुद्ध प्रभु तुच्छ हमारी बरन सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी दोहेरा श्री हर राय तुनज दे सुन भाई गुरदास अपरम संद जे मुख होते करत भै अरदास। वाहिगुरु जी का खालसा वाहिगुरु जी की फतेह। सन्मानयोग गुरु प्यारी साध संगत जी, ਵੱਡੇ ਭਾਗ ਹਨ ਸਾਡੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਸਾਨੂੰ ਸਾਧ ਸੰਗਤ ਮਿਲੀ ਹੈ, ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ। ਲੜੀਵਾਰ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਤਿੰਨਾਂ ਦੇ ਪਾਵਨ ਇਤਿਹਾਸ ਨੂੰ ਅਸੀਂ ਸਰਵਣ ਕਰ ਰਹੇ ਹਾਂ। ਪਿਛਲੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਜਦੋਂ 7ਵੇਂ ਪਾਤਸ਼ਾਹ ਜੀ ਨੇ ਸੰਗਤਾਂ ਦੇ ਭਾਰੀ ਇਕੱਠ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ। ਆਪ ਸੱਚਖੰਡ ਗਮਨ ਹੋ ਗਏ। ਉਸ ਤੋਂ ਬਾਅਦ ਬਾਬਾ ਰਾਮ ਰਾਏ ਜੀ ਨੂੰ ਇਹ ਗੱਲ ਜਦੋਂ ਪਤਾ ਲੱਗੀ ਹੈ ਕਿ ਛੋਟੇ ਭਰਾ ਨੂੰ ਗੱਦੀ ਦੇ ਕੇ ਗੁਰੂ ਮਹਾਰਾਜ ਗੁਰੂ ਪਿਤਾ ਨੇ
ਮੈਨੂੰ ਆਪਣੇ ਨਾਲੋਂ ਦੂਰ ਕੀਤਾ। ਇਸ ਗੱਲ ਦੀ ਮਨ ਵਿੱਚ ਬੜੀ ਈਰਖਾ ਕੀਤੀ ਆ। ਆਪਣੇ ਦਿੱਲੀ ਜਾਣ ਬਾਰੇ ਔਰੰਗਜ਼ੇਬ ਨਾਲ ਜਿਹੜੀ ਨੇੜਤਾ ਵਧਾਈ ਸੀ ਉਸ ਬਾਰੇ ਕਹਿਣਾ ਕੀਤਾ ਕਿ ਜੇ ਮੈਂ ਦਿੱਲੀ ਨਾ ਜਾਂਦਾ, ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਔਰੰਗਜ਼ੇਬ, ਉਹਦੇ ਕੋਲ 22 ਲੱਖ ਫੌਜ ਹੈ, 10,000 ਤੋਪਾਂ ਨੇ, ਉਹਨੇ ਚੜ੍ਹਾਈ ਕਰ ਦੇਣੀ ਸੀ ਜੇ ਮੈਂ ਨਾ ਦਿੱਲੀ ਜਾਂਦਾ ਉਸ ਵਕਤ। ਇਸ ਕਰਕੇ ਗੱਦੀ 'ਤੇ ਬਹਿਣ ਦਾ ਹੱਕ ਮੇਰਾ ਬਣਦਾ ਹੈ। ਮਸੰਦਾਂ ਨੇ, ਗੁਰੂ ਕੇ ਕੁਝ ਸਿੱਖਾਂ ਨੇ, ਜਿਹੜੇ ਸਿਆਣੇ ਸੂਝਵਾਨ ਸਨ, ਉਹਨਾਂ ਨੇ ਸਮਝਾਇਆ ਕਿ ਤੁਹਾਡੇ ਕੋਲ ਕਿਹੜੀ ਚੀਜ਼ ਦੀ ਕਮੀ ਹੈ, ਅੱਜ ਵੀ ਤੁਹਾਡੇ ਕੋਲ ਸਭ ਕੁਝ ਹੈ। ਇਸ ਕਰਕੇ ਤੁਹਾਨੂੰ ਹੁਣ ਗੁਰੂ ਜੀ ਦਾ ਹੁਕਮ ਮੰਨਣਾ ਚਾਹੀਦਾ ਹੈ। ਇੱਦਾਂ ਕੁਝ ਸਿੱਖਾਂ ਨੇ ਸਮਝਾਇਆ ਹੈ ਤੇ ਇਹਨਾਂ ਨੇ ਕੰਨਾਂ ਦੇ ਨਾਲ ਜਦੋਂ ਸੁਣਿਆ ਬਾਬਾ ਰਾਮ ਰਾਏ ਜੀ ਨੇ, ਉਹਨਾਂ ਨੂੰ ਤਾਂ ਕਹਿ ਦਿੱਤਾ ਠੀਕ ਹੈ, ਪਰ ਦਿਲ ਦੇ ਵਿੱਚ ਬੜੀ ਈਰਖਾ ਹੋਈ। ਰਾਤ ਨੂੰ ਹੁਣ ਚਿੰਤਾ ਵੱਧਦੀ ਜਾਂਦੀ ਸੀ, ਨੀਂਦ ਨਹੀਂ ਸੀ ਆਉਂਦੀ ਕਿ ਹੁਣ ਜਿਹੜੇ ਮੇਰੇ ਸੇਵਕ ਨੇ ਉਹ ਵੀ ਹਟ ਜਾਣਗੇ, ਛੋਟੇ ਭਰਾ ਨੂੰ ਹੀ ਮੱਥਾ ਟੇਕਿਆ ਕਰਨਗੇ। ਇਵੇਂ ਨਿੱਤ ਚਿੰਤਾ ਵੱਧਦੀ ਜਾਂਦੀ ਅੰਦਰ ਦਿਲ ਦੇ। ਇੱਥੋਂ ਤੱਕ ਆਪ ਜੀ ਨੇ ਇਹ ਬਾਬਾ ਰਾਮ ਰਾਏ ਜੀ ਦੀ ਈਰਖਾ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਤੀ, ਇਹ ਵਾਲਾ ਪ੍ਰਸੰਗ ਬੜੇ ਹੀ ਵਿਸਥਾਰ ਸਹਿਤ ਸਰਵਣ ਕੀਤਾ ਹੈ ਕੱਲ੍ਹ ਦੇ ਦੀਵਾਨ ਵਿੱਚ। ਸੋ ਆਓ ਅੱਗੇ ਲੜੀ ਜੋੜਦੇ ਹੋਏ। ਉਸ ਸਮੇਂ ਜਿਹੜੇ ਮਸੰਦ ਸਨ ਉਹ ਵੀ ਭ੍ਰਿਸ਼ਟ ਹੋ ਚੁੱਕੇ ਸਨ। ਉਹਨਾਂ ਦੀ ਵੀ ਜਿਹੜੀ ਮੱਤ ਸੀ ਉਹ ਵਾਹਿਗੁਰੂ ਜੀ ਦੇ ਹੁਕਮ ਅੰਦਰ ਮੈਲੀ ਹੋ ਗਈ। ਕਿਵੇਂ ਉਹਨਾਂ ਨੂੰ ਵੀ ਕੋ ਮਤ ਧਾਰਨ ਕਰਕੇ ਜਿਹੜੇ ਕਰਮ ਸਨ ਉਹਨਾਂ ਦਾ ਜ਼ਿਕਰ ਆਇਆ ਹੈ। ਬਾਬਾ ਰਾਮ ਰਾਏ ਜੀ ਨਾਲ ਵਾਰਤਾਲਾਪ ਕਿਵੇਂ ਕਰਦੇ ਨੇ, ਆਓ ਕਰੀਏ ਜੀ ਸਰਵਣ। ਦੋਹੇਰਾ ਸ਼੍ਰੀ ਹਰਿ ਰਾਏ ਤਨੂੰਜਤੇ, ਸੁਣ ਭਾਈ ਗੁਰਦਾਸ। ਸ਼੍ਰੀ ਗੁਰੂ ਹਰਿ ਰਾਏ ਜੀ ਦੇ ਪੁੱਤਰ ਦੇ ਪਾਸੋਂ, ਬਾਬਾ ਰਾਮ ਰਾਏ ਜੀ ਦੇ ਪਾਸੋਂ ਇਸ ਤਰ੍ਹਾਂ ਦੇ ਬਚਨ ਸੁਣ ਕੇ ਜਿਹੜੇ ਸਿੱਖ ਹਨ, ਆਪਰਮ ਸੰਦ ਜੇ ਮੁਖ ਹੋਤੇ, ਕਰਤ ਭੈ ਅਰਦਾਸ। ਉਹਨਾਂ ਸਾਰਿਆਂ ਨੇ ਫਿਰ ਬੇਨਤੀ ਕੀਤੀ ਹੈ, ਆਪਣੀ ਮਤ ਦੇ ਅਨੁਸਾਰ ਕਹਿਣ ਲੱਗੇ ਹਨ। ਸਵਈਆ ਸੰਦ ਕਿਉਂ ਤਮ ਹੌਲ ਕਰਤ ਹਉ ਉਰ ਮੈਂ, ਚਿਤ ਅਤ ਚਿੰਤਾ ਮੈਂ ਪਛਤਾਏ। ਕਹਿਣ ਲੱਗੇ ਬਾਬਾ ਰਾਮ ਰਾਏ ਜੀ, ਤੁਸੀਂ ਹਿਰਦੇ ਦੇ ਵਿੱਚ ਕਿਉਂ ਇੰਨਾ ਡਰ ਅਨੁਭਵ ਕਰਦੇ ਹੋ, ਚਿੱਤ ਦੇ ਵਿੱਚ ਚਿੰਤਿਤ ਹੋ ਕੇ ਕਿਉਂ ਪਛਤਾਉਂਦੇ ਹੋ। ਸਾਵਧਾਨ ਹੋਏ ਸਭ ਸੁਖ ਪਾਵੋ, ਆਪਣੋ ਸੋਜਸ ਪਰ ਤਾਪ ਵਧਾਏ। ਤੁਸੀਂ ਵੀ ਚਾਹ ਗੁਰੂ ਜੀ ਦੇ ਪੁੱਤਰ ਹੋ ਨਾ, ਸੁਚੇਤ ਹੋ ਕੇ ਸਾਰੇ ਸੁੱਖ ਪਾਵੋ, ਆਪਣਾ ਸ੍ਰੇਸ਼ਟ ਜਸ ਤੇ ਪ੍ਰਭਾਵ ਵਧਾਉਣਾ ਕਰੋ ਇਲਾਕਿਆਂ ਦੇ ਵਿੱਚ। ਸਿੱਖ ਸੇਵਕ ਸਮੁਦਾਇ ਤੁਮਾਰੇ, ਸ਼ਰਧਾਲੂ ਸਦ ਹੀ ਚੱਲ ਆਏ। ਕੁਝ ਮਸੰਦ ਕਹਿਣ ਲੱਗੇ, ਤੁਹਾਡੇ ਸਿੱਖ ਸੇਵਕ ਬੜੇ ਸ਼ਰਧਾਲੂ ਨੇ, ਤੁਸੀਂ ਕਿਹੜਾ ਗੁਰੂ ਹਰਿਕ੍ਰਿਸ਼ਨ ਤੋਂ ਘੱਟ ਹੋ, ਸਦਾ ਹੀ ਤੁਹਾਡੀ ਜੈ ਜੈਕਾਰ ਹੁੰਦੀ ਆ। ਲੋਕ ਤਾਂ ਆ ਕੇ ਤੁਹਾਡੇ ਚਰਨਾਂ ਤੇ ਝੁਕਦੇ ਹਨ। ਪੈਨ ਮੈਂ ਉਹ ਪੈਨ ਅਰਪੇ, ਡਰ ਪੈ ਗੁਰ ਕੀ ਬਾਤ ਚੜਾਏ। ਜਿੱਦਾਂ ਗੁਰੂ ਜੀ ਨੂੰ ਭੇਟਾਵਾਂ ਸਿੱਖ ਲਿਆ ਕੇ ਦਿੰਦੇ ਨੇ, ਹੂਬ ਹੂ ਉਸੇ ਪ੍ਰਕਾਰ ਤੁਹਾਡੇ ਵੀ ਸਿੱਖ ਆ ਕੇ ਤੇ ਤੁਹਾਨੂੰ ਵਸਤੂਆਂ ਚੜਾਉਂਦੇ ਨੇ, ਚੜਾਵਾ ਹੁੰਦਾ ਹੈ। ਬਰਿੰਦ ਮਸੰਦ ਸੰਗਤਾਂ ਮਹੀ ਕਰੋ, ਪਠਾਵਨ ਸਗਰੇ ਦੇਸ। ਇਵੇਂ ਸਿੱਖੀ ਦਾ ਵਿਸਥਾਰ ਕਰਨ ਲਈ ਹੁਣ ਤੁਸੀਂ ਸਾਰੇ ਦੇਸ਼ਾਂ ਦੇ ਵਿੱਚ ਸਾਨੂੰ ਮਸੰਦਾਂ ਨੂੰ ਸੰਗਤਾਂ ਦੇ ਵਿੱਚ ਭੇਜੋ। ਹੁਣ
ਸਿੱਖੀ ਕੋ ਨਿਤ ਪ੍ਰਤ ਬਸਤਾਰੇ ਤੁਮਰੀ ਦਿਸ ਕੋ ਦੇ ਉਪਦੇਸ਼। ਇਸ ਤਰ੍ਹਾਂ ਜਦੋਂ ਤੁਸੀਂ ਉਹਨਾਂ ਨੂੰ ਭੇਜੋਗੇ, ਜਿਹੜਾ ਤੁਸੀਂ ਸੰਦੇਸ਼ ਦੇਵੋਗੇ ਉਹੀ ਫਿਰ ਜਾ ਕੇ ਦੱਸਿਆ ਜਾਵੇਗਾ ਤੇ ਸੰਗਤਾਂ ਤੱਕ ਤੁਹਾਡਾ ਸੁਨੇਹਾ ਇਹ ਜਿਹੜੇ ਮਸੰਦ ਹਨ ਉਹ ਪਹੁੰਚਾ ਦੇਣਗੇ। ਸ੍ਰੀ ਸਤਿਗੁਰ ਕੋ ਜੇਠੋ ਨੰਦਨ ਨਿਮੈ ਸਾਹੋ ਜੈ ਚਰਨ ਹਮੇਸ਼। ਤੁਸੀਂ ਸਤਿਗੁਰੂ ਜੀ ਦੇ ਵੱਡੇ ਪੁੱਤਰ ਹੋ। ਜਿਹੜਾ ਬਾਦਸ਼ਾਹ ਹੈ ਉਹ ਸਦਾ ਹੀ ਤੁਹਾਡੇ ਚਰਨਾਂ ਤੇ ਆ ਕੇ ਝੁਕਦਾ ਹੈ। ਬਹੁਤ ਵਾਰ ਅਜਮਤ ਦਖਰਾਈ ਦਿੱਲੀ ਪੁਰ ਅਰ ਦਿੱਲੀ ਨਾਥ। ਤੁਸੀਂ ਬਹੁਤ ਵਾਰ ਦਿੱਲੀ ਦੇ ਵਿੱਚ ਨਾ ਦਿੱਲੀ ਦੇ ਬਾਦਸ਼ਾਹ ਨੂੰ ਕਰਾਮਾਤ ਦਿਖਾਈ ਹੈ। ਤੁਸੀਂ ਕਰਾਮਾਤ ਦੇ ਵਿੱਚ ਸੰਪੂਰਨ ਧਨੀ ਹੋ ਤੇ ਤੁਹਾਡੇ ਵਿੱਚ ਸਦਾ ਵਿਸ਼ੇਸ਼ ਜੋਤ ਜਗ ਰਹੀ ਹੈ। ਦੇਖ ਦੇਖ ਬਿਸਮਤ ਚਿਤ ਹੋਏ ਸਗਲ ਅਜੈਬ ਕੀਨਤ ਗਾਥ। ਤੁਹਾਡੀਆਂ ਕਰਾਮਾਤਾਂ ਨੂੰ ਵੇਖ ਕੇ ਨਾ ਚਿੱਤ ਦੇ ਵਿੱਚ ਦੁਨੀਆ ਦੇ ਲੋਕ ਹੈਰਾਨ ਹੋਏ ਨੇ, ਕਿਉਂਕਿ ਤੁਸੀਂ ਜਿਹੜੀ ਗਾਥਾ ਉੱਥੇ ਕੀਤੀ ਆ ਅੱਜ ਤੱਕ ਨਹੀਂ ਕੋਈ ਕਰ ਪਾਇਆ। ਸਾਰਾ ਕੁਝ ਬੜਾ ਅਜੀਬ ਕੀਤਾ ਹੈ। ਕੋ ਜਾਹੇ ਨ ਕੋ ਜਾਣੇ ਕੋ ਨਾਹਿਨ ਜਾਣੇ ਸਾਪਨ ਸੁਣਾਵੈ ਹਿਤ ਕੇ ਸਾਥ। ਇਸ ਕਰਕੇ ਅੱਜ ਤੱਕ ਤੁਹਾਡੀਆਂ ਕੀਤੀਆਂ ਹੋਈਆਂ ਕਰਾਮਾਤਾਂ ਨੂੰ ਦੁਨੀਆ ਦੇ ਲੋਕ ਦੂਜਿਆਂ ਨੂੰ ਬੜੇ ਹੈਰਾਨ ਹੋ ਕੇ ਸੁਣਾਉਂਦੇ ਨੇ, ਬੜੇ ਹਿੱਤ ਦੇ ਨਾਲ ਸੁਣਾਉਣਾ ਕਰਦੇ ਹਨ। ਨਿਹਚਾ ਗਿਰਨ ਦੇਖੇਂਗੇ ਕਾਹੂ ਨਾ ਕਹਿ ਕਹਿ ਆਨੇ ਟਿਕੈ ਮਾਥ। ਉਹ ਆਪਣਾ ਨਿਸ਼ਚਾ ਕਦੇ ਵੀ ਘਟਣ ਨਹੀਂ ਦੇਣਗੇ, ਕਹਿ ਕਹਿ ਕੇ ਲਿਆਉਂਦੇ ਹਨ ਤੇ ਮੱਥਾ ਟੇਕਦੇ ਹਨ। ਅਬਰ ਪਾਵ ਕਰੋ ਜਿਮ ਜਮ ਕੈ ਸ੍ਰੀ ਹਰਿ ਕ੍ਰਿਸ਼ਨ ਆਪ ਕੇ ਭਰਾਤ। ਇਸ ਕਰਕੇ ਹੁਣ ਜਿਵੇਂ ਅਸੀਂ ਆਪ ਜੀ ਨੂੰ ਕਹਿੰਦੇ ਹਾਂ ਉਸ ਪ੍ਰਕਾਰ ਬਾਬਾ ਰਾਮ ਰਾਏ ਜੀ ਤੁਸੀਂ ਕਰਨਾ ਕਰੋ। ਮੰਨਦੇ ਹਾਂ ਸ਼੍ਰੀ ਹਰਿ ਕ੍ਰਿਸ਼ਨ ਜੀ ਆਪ ਜੀ ਦੇ ਛੋਟੇ ਭਰਾ ਹਨ। ਅਸਤੇ ਆਦਿਕ ਅਪਰਜੇ ਸੋਢੀ ਹੈ ਅਨੇਕ ਜਨ ਜਗ ਮੈਂ ਬਖਿਆਤ। ਇਸ ਤੋਂ ਆਦ ਹੋਰ ਜਿਹੜੇ ਸੋਢੀ ਹਨ ਨਾ ਅਨੇਕਾਂ ਹੀ ਜੱਗ ਦੇ ਵਿੱਚ ਆ ਕੇ ਮਸ਼ਹੂਰ ਹੋਏ ਨੇ। ਇਸ ਤਰ੍ਹਾਂ ਬਹੁਤ ਸਾਰੇ ਸੋਢੀ ਵੰਸ਼ ਦੇ ਹਨ। ਇਹਨਾਂ ਨੇ ਦੁਨੀਆ ਦੇ ਵਿੱਚ ਆਪਣਾ ਨਾਮ ਨਾ ਖੱਟਿਆ ਹੋਇਆ ਹੈ। ਨਿਜ ਸੰਗਤ ਕਹੋ ਬਰਜਨ ਕਰੀਐ ਕਹਿ ਸੋ ਮਿਲੇ ਨਹੀਂ ਕਿਸ ਭਾਤ। ਤੇ ਹੁਣ ਤੁਸੀਂ ਆਪਣੀ ਸੰਗਤ ਨੂੰ ਕਹਿ ਕੇ ਹਟਾਵੋ, ਕਿਸੇ ਪ੍ਰਕਾਰ ਵੀ ਉਹ ਕਿਸੇ ਹੋਰ ਨੂੰ ਨਾ ਮਿਲਣ ਤੁਹਾਡੇ ਬਿਨਾ। ਉਹਨਾਂ ਨੂੰ ਇਹ ਸਮਝਾਉਣਾ ਕਰੋ ਕੇਵਲ ਤੇ ਕੇਵਲ ਮੈਂ ਹੀ ਗੁਰੂ ਹਾਂ। ਇਸ ਪ੍ਰਕਾਰ ਸਮਝਾ ਰਹੇ ਹਨ ਮਸੰਦ। ਹੁਣ ਧੀਰ ਮੱਲ ਹੈ ਚਾਚਾ ਆਪ ਕੋ ਤਿਸਤੇ ਪੀ ਬਾਰਜੋ ਕਹਿ ਬਾਤ। ਭਾਵੇਂ ਕਿ ਧੀਰਮਲ ਤੁਹਾਡਾ ਚਾਚਾ ਲੱਗਦਾ ਹੈ, ਪਰ ਆਪਣੀ ਸੰਗਤ ਨੂੰ ਕਹਿ ਕੇ ਤੇ ਉਹਨਾਂ ਦੇ ਪਾਸ ਵੀ ਜਾਣ ਤੋਂ ਰੋਕੋ। ਇਸ ਕਰਕੇ ਗੁਰੂ ਮਹਾਰਾਜ ਦੀ ਇਹ ਜਿਹੜੀ ਕਿਰਪਾ ਹੈ ਉਹ ਤੁਹਾਡੇ ਤੇ ਹੋ ਜਾਵੇਗੀ। ਫਿਰ ਆਪਣੀ ਸਿੱਖ ਸੰਗਤ ਹੈ ਖੇਤੀ ਕਰੇ ਕਮਾਈ ਦਰਬ ਚੜਾਏ। ਜਿਵੇਂ ਸਿੱਖ ਸੰਗਤਾਂ ਜਦੋਂ ਹੋਰ ਪਾਸੇ ਜਾਣ ਤੋਂ ਰੁਕ ਜਾਣਗੀਆਂ ਤੇ ਉਹ ਤੁਹਾਡੇ ਪਾਸ ਆਇਆ ਕਰਨਗੀਆਂ। ਫਿਰ ਜਿੰਨਾ ਵੀ ਚੜਾਵਾ ਹੋਵੇਗਾ। ਵੱਡੇ ਬਰੋਦੀ ਹਮਰੇ ਸੋਢੀ ਇਮ ਕੈ ਸਭ ਮੈਂ ਦਿਓ ਬਿਦਤਾਏ। ਉਹ ਫਿਰ ਹੌਲੀ ਹੌਲੀ ਤੁਹਾਡੇ ਕੋਲ ਆ ਜਾਏਗਾ। ਸਾਰਿਆਂ ਨੂੰ ਇਹ ਗੱਲ ਕਹਿ ਦਿਓ ਕਿ ਜਿਹੜੇ ਸੋਢੀ ਹਨ ਨਾ ਇਹ ਸਾਰੇ ਸਾਡੇ ਵੱਡੇ ਵਿਰੋਧੀ ਨੇ। ਦੂਜਿਆਂ ਕੋਲ ਜਾਣ ਤੋਂ ਸੰਗਤਾਂ ਨੂੰ ਰੋਕ ਦੇਵੋ, ਫਿਰ ਤੁਹਾਡੀ ਸੰਗਤ ਜਿਹੜੀ ਵੱਧ ਜਾਵੇਗੀ। ਇਸ ਤਰ੍ਹਾਂ ਹੋਵੇਗਾ। ਬੋਲ ਨ ਕਰੇ ਮੇਲ ਕਹਿ ਕੇ ਸੰਗ ਇੱਕ ਤੁਮਰੇ ਹੀ ਪੂਜੈ ਪਾਏ। ਇਵੇਂ ਜਦੋਂ ਤੁਸੀਂ ਇਹ ਗੱਲ ਉਡਾ ਦੇਵੋਗੇ ਕਿ ਜਿੰਨੇ ਬਾਕੀ ਸੋਢੀ ਹਨ ਇਹ ਸਾਰੇ ਸਾਡੇ ਵਿਰੋਧੀ ਹਨ, ਇਸ ਤਰ੍ਹਾਂ ਕਿਸੇ ਨਾਲ ਮੇਲ ਨਾ ਕਰੋ ਤੇ ਤੁਹਾਡੀ ਜਿਹੜੀ ਆ ਇਹ ਗੱਲ ਦੂਰ ਦੂਰ ਤੱਕ ਫੈਲ ਜਾਵੇਗੀ। ਫਿਰ ਲੋਕ
ਤੁਹਾਡੇ ਕੋਲ ਆਇਆ ਕਰਨਗੇ। ਪੂਰ ਭਲੇ ਅਨਸਾਰੀ ਰਹਿ ਸਿਖ ਅਪਰ ਨਵੀਨ ਹੋਏ ਸਮੁਦਾਏ। ਜਿਹੜੇ ਪੁਰਾਣੇ ਸਿੱਖ ਨੇ ਉਹ ਤਾਂ ਤੁਹਾਡੇ ਆਗਿਆਕਾਰੀ ਹਨ, ਫਿਰ ਨਵੇਂ ਸਿੱਖ ਤੁਹਾਡੇ ਬਣ ਜਾਣਗੇ। ਨਵੀਂ ਸੰਗਤ ਇਕੱਠੀ ਹੋ ਜਾਵੇਗੀ ਤੁਹਾਡੇ ਪਾਸ। ਸੰਗਤ ਬਦੇ ਰੀਤ ਇਮ ਕਰਤੇ ਤਨ ਅਨਗਿਣਤ ਚੜਾਵੇ ਲਿਆਏ। ਇਸ ਤਰ੍ਹਾਂ ਰੀਤੀ ਕਰਨ ਦੇ ਨਾਲ ਸੰਗਤ ਵੀ ਵਧੇਗੀ ਤੇ ਅਣਗਿਣਤ ਧਨ ਲਿਆ ਕੇ ਚੜਾਵਾ ਹੋਇਆ ਕਰੇਗਾ। ਅਬ ਸ੍ਰੀ ਰਾਮ ਰਾਏ ਗੁਰ ਟਿਕਿਓ ਇਮ ਕੈ ਵਿਸਥਾਰੇ ਸਭ ਥਾਏ। ਹੁਣ ਸ਼੍ਰੀ ਰਾਮ ਰਾਏ ਜੀ ਗੁਰੂ ਬਣੇ ਹਨ। ਇਸ ਤਰ੍ਹਾਂ ਗੱਲ ਪ੍ਰਚਲਿਤ ਹੋ ਜਾਏਗੀ। ਇਸ ਤਰ੍ਹਾਂ ਕਹਿ ਕੇ ਸਭ ਥਾਂ ਤੇ ਵਿਸਥਾਰ ਕਰ ਦਿਓ। ਇਹ ਗੱਲ ਭਾਵੇਂ ਝੂਠੀ ਆ ਪਰ ਇਹਨੂੰ ਉਡਾ ਦਿਓ ਦੂਰ ਤੱਕ ਕਿ ਰਾਮ ਰਾਏ ਹੀ ਅਸਲੀ ਗੁਰੂ ਬਣੇ ਹੋਏ ਹਨ। ਸ੍ਰੀ ਹਰਿ ਰਾਏ ਬਖੁੰਟ ਸੁਧਾਰੇ ਤਿਨ ਸਥਾਨ ਪੇ ਤਥਾ ਸੁਹਾਏ। ਇਸ ਤਰ੍ਹਾਂ ਉਹ ਸਾਰੇ ਜਿਹੜੇ ਭ੍ਰਿਸ਼ਟ ਹੋ ਚੁੱਕੇ ਮਸੰਦ ਨੇ ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗੇ, ਤੁਸੀਂ ਇਸ ਤਰ੍ਹਾਂ ਕਹਿ ਦਿਓ ਸ਼੍ਰੀ ਹਰਿ ਰਾਏ ਜੀ ਬੈਕੁੰਠ ਚਲੇ ਗਏ ਨੇ ਤੇ ਉਹਨਾਂ ਦੇ ਸਥਾਨ ਤੇ ਹੁਣ ਭਾਵ ਮੈਂ ਰਾਮ ਰਾਏ ਜਿਹੜੇ ਨੇ ਸੋਭ ਰਹੇ ਨੇ। ਇਸ ਗੱਲ ਨੂੰ ਪਹੁੰਚਾ ਦੇਵੋ ਦੂਰ ਦੂਰ ਤੱਕ। ਜੋ ਲਗ ਜਾਤ ਅਨੇਕ ਬੇਧਨ ਕੀ ਚੀਵਰ ਔਰ ਕਮਿਆਰ ਚਮਾਰ। ਇਸ ਤਰ੍ਹਾਂ ਜਿਹੜੀਆਂ ਵੀ ਇਹ ਜਾਤਾਂ ਹਨ ਜਿਵੇਂ ਝੀਵਰ ਕੁਮਿਆਰ ਚਮਾਰ ਆਦਿ ਹਨ, ਇਹਨਾਂ ਨੂੰ ਵੀ ਇਹ ਸੁਨੇਹਾ ਪਹੁੰਚਾ ਦੇਵੋ ਹੁਣ। ਇਤਿਆਤਕ ਸਭ ਕੋ ਦੇਹੋ ਸਿੱਖੀ ਸਕਲ ਆਏ ਤੁਮ ਕਰੇ ਜੋਹਾਰ। ਇਹ ਲੋਕ ਜਦੋਂ ਇਹ ਜਾਤਾਂ ਵਾਲੇ ਆਉਣਗੇ ਉਹਨਾਂ ਸਾਰਿਆਂ ਨੂੰ ਸਿੱਖੀ ਦੇਵੋ ਆਪਣੀ। ਸਾਰੇ ਆ ਕੇ ਤੁਹਾਨੂੰ ਨਮਸਕਾਰ ਕਰਨਗੇ। ਸਾਰਿਆਂ ਵਿੱਚ ਤੁਹਾਡੀ ਜੈ ਜੈਕਾਰ ਹੋ ਜਾਵੇਗੀ। ਜੈ ਕੈ ਸੋ ਜਸਣਾਵੈ ਰਾਵਰ ਇਸੀ ਰੀਤ ਸਭ ਜਗ ਵਿਸਤਾਰ। ਜਦੋਂ ਵੱਖ-ਵੱਖ ਜਾਤੀ ਦੇ ਲੋਕਾਂ ਨੂੰ ਤੁਸੀਂ ਆਪਣੀ ਚਰਨ ਪੌਲ ਦੇ ਕੇ ਸਿੱਖੀ ਬਖਸ਼ੋਗੇ ਉਹ ਆਪ ਜੀ ਦਾ ਹੀ ਜਸ ਗਾਉਣਗੇ। ਇਸੇ ਰੀਤੀ ਦੇ ਨਾਲ ਤੁਹਾਡਾ ਵਿਸਥਾਰ ਹੋਵੇਗਾ, ਤੁਹਾਡਾ ਨਾਮ ਚਮਕ ਜਾਵੇਗਾ ਦੁਨੀਆ ਵਿੱਚ। ਗੁਰਤਾ ਬਿਦਤੇ ਤੁਮਰੇ ਤਨ ਕੋ ਆਏ ਅਪਰ ਸਦਾ ਉਪਹਾਰ। ਐਵੇਂ ਫਿਰ ਇਸ ਜੁਗਤ ਦੇ ਨਾਲ ਤੁਸੀਂ ਗੁਰਤਾ ਤੁਹਾਡੇ ਕੋਲ ਆ ਜਾਵੇਗੀ, ਸਦਾ ਹੀ ਸੰਗਤ ਤੁਹਾਡੇ ਕੋਲ ਆਇਆ ਕਰੇਗੀ। ਨਵੇਂ ਨਵੇਂ ਉਪਹਾਰ ਪੈਸਾ ਚੜਾਵਾ ਤੁਹਾਨੂੰ ਪ੍ਰਾਪਤ ਹੋਇਆ ਕਰੇਗਾ। ਵੱਡੇ ਪੁੱਤਰ ਬੈਠਤ ਹੈ ਗਾਦੀ ਲਗ ਸਤਰੈ ਵੱਡ ਕੇ ਅਨੁਸਾਰ। ਐਵੇਂ ਸਾਰਿਆਂ ਨੂੰ ਕਹਿ ਦੋ ਵੱਡਾ ਪੁੱਤਰ ਗੱਦੀ ਤੇ ਬਹਿੰਦਾ ਹੈ, ਛੋਟਾ ਪੁੱਤਰ ਸਦਾ ਹੀ ਆਗਿਆ ਵਿੱਚ ਰਹਿੰਦਾ ਹੁੰਦਾ। ਇਹੀ ਮਰਿਆਦਾ ਸਹੀ ਹੈ। ਜਮ ਜਾਣੀ ਉਚਰਾਵਰ ਸਗਰੇ ਲਖੇ ਤੁਮੇ ਸਤਿਗੁਰੂ ਆਧਾਰ। ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਕਹਿ ਕੇ ਸਮਝਾ ਦਾਂਗੇ ਕਿ ਵੱਡਾ ਪੁੱਤਰ ਅਸਲ ਹੱਕਦਾਰ ਹੁੰਦਾ ਹੈ ਤੇ ਬਾਬਾ ਰਾਮ ਰਾਏ ਜੀ ਅਸਲੀ ਗੁਰੂ ਨੇ। ਹਰਿ ਕ੍ਰਿਸ਼ਨ ਤਾਂ ਉਹਨਾਂ ਦੇ ਦਾਸ ਹਨ। ਇਹ ਗੱਲ ਨੂੰ ਸੰਗਤਾਂ ਨੇ ਮੰਨ ਲੈਣਾ ਹੈ। ਫਿਰ ਹੌਲੀ ਹੌਲੀ ਤੁਹਾਡਾ ਨਾਮ ਹੋ ਜਾਏਗਾ, ਉੱਤਮ ਸਤਿਗੁਰੂ ਤੁਹਾਨੂੰ ਸਮਝਿਆ ਜਾਵੇਗਾ। ਗੁਰਤਾ ਬਿਦਤੇ ਤੁਮਰੇ ਤਨ ਕੋ ਆਏ ਅਪਾਰ ਸਦਾ ਉਪਹਾਰ। ਰਹਿ ਅਲਪ ਸੰਗਤਾ ਜੀ ਹਟ ਕਰ ਗਮਣੇ ਤਿਨਕੇ ਦਵਾਰ। ਇਸ ਕਰਕੇ ਬਹੁਤ ਥੋੜੀਆਂ ਸੰਗਤਾਂ ਰਹਿ ਜਾਣਗੀਆਂ ਜਿਹੜੀਆਂ ਫਿਰ ਗੁਰੂ ਹਰਿਕ੍ਰਿਸ਼ਨ ਦੇ ਦੁਆਰ ਤੇ ਜਾਇਆ ਕਰਨਗੀਆਂ। ਨਹੀਂ ਫਿਰ ਸਾਰੇ ਤੁਹਾਨੂੰ ਹੀ ਗੁਰੂ ਸਮਝਣਗੇ। ਜਦੋਂ ਤੁਸੀਂ ਆਖੋਗੇ ਵੱਡੇ ਪੁੱਤ ਦਾ ਹੱਕ ਆ ਗੱਦੀ ਤੇ, ਛੋਟਾ ਤਾਂ ਉਹਦੀ ਆਗਿਆ ਵਿੱਚ ਰਹਿੰਦਾ ਹੁੰਦਾ ਹੈ। ਯਾ ਚਰਜ ਹੈ ਜਾਨ ਦਿਓ ਤਿਨ ਗੋਸਤ ਹੈ ਔਰ ਭਰਾਤਾ ਤੁਮਾਰਾ। ਇਸ ਕਰਕੇ ਕਹਿੰਦੇ ਥੋੜੇ ਬਹੁਤੇ ਜੇ ਚਲੇ ਵੀ ਜਾਣਗੇ ਗੁਰੂ ਹਰਿਕ੍ਰਿਸ਼ਨ ਕੋਲੇ ਉਹਨਾਂ ਨੂੰ ਜਾਣ ਦੇਵੋ। ਇਸ ਕਰਕੇ ਤੇ ਇਹ ਜਿਹੜੀ ਜੁਗਤ ਦੇ ਨਾਲ ਤੁਸੀਂ ਗੁਰੂ ਬਣ ਜਾਵੋਗੇ। ਕਹਿੰਦੇ ਉਹ ਵੀ ਗੁਰੂ ਜੀ ਦਾ ਪੁੱਤਰ ਆ ਤੇ ਤੁਹਾਡਾ ਭਰਾ। ਜੇ ਥੋੜੇ ਬਹੁਤੇ ਉਹਦੇ ਕੋਲ ਚਲੇ ਜਾਣਗੇ ਫਿਰ ਕੀ ਹੋ ਜਾਵੇਗਾ, ਪਰ ਬਹੁਤ ਸੰਗਤਾਂ ਤੁਹਾਡੇ ਕੋਲ ਆਉਣਗੀਆਂ, ਵੱਡਾ ਚੜਾਵਾ ਹੋਇਆ ਕਰੇਗਾ। ਸ੍ਰੀ ਗੁਰੂ ਰਾਮਦਾਸ ਕੇ ਤ੍ਰੈ ਸੁਤ ਗੁਰਤਾ ਤਖਤ ਏਕ ਹੀ ਲੀਨ। ਸ੍ਰੀ ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ,
ਪਰ ਤਖਤ ਦੀ ਗੁਰਤਾ ਇੱਕ ਨੇ ਹੀ ਉਹਨਾਂ ਦੇ ਵਿੱਚੋਂ ਲਈ ਸੀ। ਇਸ ਪ੍ਰਕਾਰ ਆਪ ਜੀ ਜਾਣਦੇ ਹੋ। ਸ੍ਰੀ ਅਰਜਨ ਕੀ ਪੂਜਤ ਪੈਨ ਅਰਪੈ ਪੇਟਨ ਹੈ ਸਿੱਖ ਦੀਨ। ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲੀ। ਸਿੱਖਾਂ ਨੇ ਦੀਨ ਹੋ ਕੇ ਭੇਟਾਵਾਂ ਉਹਨਾਂ ਨੂੰ ਅਰਪਣ ਕੀਤੀਆਂ ਸਨ। ਉਸ ਵਕਤ ਸ੍ਰੀ ਅਰਜਨ ਕੀ ਪੂਜਤ ਪੈਨ ਅਰਪੈ ਪੇਟਨ ਹੈ ਸਿੱਖ ਦੀਨ। ਪ੍ਰਿਥਿਆ ਮਹਾਦੇਵ ਤੈ ਸਿਸ ਕੋ ਪਤਨੇ ਤਨ ਕੀ ਸੰਗਤ ਕੀਨ। ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜਿਹੜੇ ਦੋ ਬਾਕੀ ਸਨ, ਉਹਨਾਂ ਨੇ ਜਿਹੜਾ ਨੇ ਪਿਤਾ ਜੀ ਦੀ ਸੰਗਤ ਕੀਤੀ ਸੀ ਗੁਰੂ ਰਾਮਦਾਸ ਜੀ ਦੀ। ਸੋ ਸੇਵਕ ਤਿਨ ਕੇ ਹੋਏ ਚਾਲੇ ਅਰਪਤ ਵਸਤੂ ਰਹਿਤ ਅਧੀਨ। ਉਹ ਸੇਵਕ ਉਹਨਾਂ ਦੇ ਹੋ ਗਏ ਤੇ ਅਧੀਨ ਰਹਿ ਕੇ ਵਸਤਾਂ ਅਰਪਣ ਕਰਿਆ ਕਰਦੇ ਸਨ। ਇਸ ਪ੍ਰਕਾਰ ਇਹ ਹੁੰਦਾ ਆਇਆ ਹੈ ਹੁਣ ਤੱਕ। ਪੁੰਨ ਸਤ ਗੁਰ ਸੁਤ ਸ੍ਰੀ ਗੁਰ ਦਿੱਤਾ ਤਿਨ ਕੇ ਸੁਤ ਉਪਜਤ ਭੇ ਦੋਏ। ਇਸ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੱਦੀ ਦੇ ਦਿੱਤੀ ਸੀ। ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੋ ਕਿ ਮਸਤਾਨੇ ਸੁਭਾਅ ਦੇ ਸਨ, ਇਹਨਾਂ ਨੂੰ ਗੁਰੂ ਰਾਮਦਾਸ ਜੀ ਨੇ ਇਹਨਾਂ ਲਈ ਵੀ ਬੜਾ ਕੁਝ ਬਣਾ ਕੇ ਦਿੱਤਾ। ਬਾਬਾ ਪ੍ਰਿਥੀ ਚੰਦ ਨੂੰ ਬਹੁਤ ਧਨ ਦਿੱਤਾ ਸੀ। ਇਸ ਕਰਕੇ ਜਿਹੜੇ ਮਸੰਦ ਨੇ ਇਹਨਾਂ ਨੂੰ ਪੂਰੀ ਗੱਲ ਦਾ ਪਤਾ ਨਾ ਹੋਣ ਕਰਕੇ ਇਹ ਬਾਬਾ ਰਾਮ ਰਾਏ ਜੀ ਨੂੰ ਗਲਤ ਸਿੱਖਿਆ ਦੇ ਰਹੇ ਨੇ ਕਿ ਉਹ ਰਹਿ ਗਏ ਸੀ ਪਿੱਛੇ, ਛੋਟੇ ਨੂੰ ਸਭ ਕੁਝ ਦੇ ਦਿੱਤਾ ਸੀ। ਤਾਂ ਇਸ ਕਰਕੇ ਕਵੀ ਜੀ ਇਹਨਾਂ ਦੀ ਗੱਲ ਨੂੰ ਪੇਸ਼ ਕਰ ਰਹੇ ਹਨ ਅੱਗੇ ਖੋਲ ਕੇ ਹੁਣ। ਪੁੰਨ ਸਤਿਗੁਰ ਸੁਤ ਸ੍ਰੀ ਗੁਰ ਦਿੱਤਾ ਤਿਨ ਕੋ ਸੁਤਿ ਉਪਜਤ ਭੇ ਦੋਏ। ਫਿਰ ਸਤਿਗੁਰੂ ਮਹਾਰਾਜ ਨੇ ਕਹਿਣ ਲੱਗੇ ਮਸੰਦ ਕਿ ਪੁੱਤਰ ਸ੍ਰੀ ਗੁਰਦਿੱਤਾ ਜੀ ਦੇ ਘਰ 2 ਪੁੱਤਰ ਪੈਦਾ ਹੋਏ ਹਨ। ਇਸ ਕਰਕੇ ਉਹਨਾਂ ਵਿੱਚੋਂ ਇੱਕ ਤੁਹਾਡੇ ਪਿਤਾ ਜੀ ਤੇ ਇੱਕ ਬਾਬਾ ਧੀਰ ਮੱਲ ਜੀ ਹਨ। ਇੱਕ ਤੁਮ ਪਿਤਾਰ ਧੀਰ ਮੱਲ ਹੈ ਗੁਰਤਾ ਉਚਿਤ ਵੱਡੋ ਸੁਤ ਜੋਏ। ਇਸ ਕਰਕੇ ਫਿਰ ਜਿਹੜੀ ਗੱਦੀ ਸੀ ਤੇ ਉਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੱਡੇ ਪੁੱਤਰ ਨੂੰ ਛੱਡ ਕੇ ਛੋਟੇ ਪੋਤਰੇ ਨੂੰ ਭਾਵ ਦੇ ਦਿੱਤੀ ਹੈ। ਹੁਣ ਛੋਟੇ ਪੁੱਤਰ ਨੂੰ ਹੀ ਸੰਗਤ ਨੇ ਪੂਜਿਆ, ਪਰ ਧੀਰ ਮੱਲ ਜਿਹੜਾ ਕਰਤਾਰਪੁਰ ਦੇ ਵਿੱਚ ਰਹਿੰਦਾ ਹੈ ਹੁਣ। ਚਿਤ ਮੈਂ ਚੈਤ ਰਹਿਓ ਗੁਰ ਤਾਕੈ ਕਿਮ ਪ੍ਰਾਪਤ ਭਾਗਨ ਪਿਨ ਹੋਏ। ਭਾਵੇਂ ਕਿ ਸੰਗਤ ਉਹਦਾ ਸਤਿਕਾਰ ਕਰਦੀ ਹੈ, ਪਰ ਉਹ ਚਿੱਤ ਦੇ ਵਿੱਚ ਗੁਰਤਾ ਚਾਹੁੰਦਾ ਰਿਹਾ। ਪਰ ਭਾਗਾਂ ਤੋਂ ਬਿਨਾਂ ਕਿਵੇਂ ਪ੍ਰਾਪਤ ਹੋ ਸਕਦੀ, ਨਹੀਂ ਹੋ ਸਕਦੀ ਹੈ। ਤੈਮ ਤੁਮਰੋ ਇੱਕ ਅਣਜ ਜੋ ਜਾਣੋ ਕੋ ਤਕ ਸੰਗਤ ਰਹਿ ਤਿਨ ਪਾਸ। ਇਸ ਕਰਕੇ ਕਹਿੰਦੇ ਤੁਹਾਡਾ ਵੀ ਇੱਕ ਭਰਾ ਹੈ, ਸੋ ਜਾਣੋ ਕਿ ਕੁਝ ਸੰਗਤ ਉਹਦੇ ਪਾਸ ਰਹਿਣਾ ਕਰਦੀ ਆ। ਇਸ ਕਰਕੇ ਜਿਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਬਾਬਾ ਮਹਾਦੇਵ ਗੁਰੂ ਅਰਜਨ ਦੇਵ ਜੀ ਤੋਂ ਵੱਡੇ ਸੀ, ਪਰ ਉਹਨਾਂ ਦੇ ਹਿੱਸੇ ਬਹੁਤ ਥੋੜਾ ਕੁਝ ਆਇਆ ਹੈ, ਪਰ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਗੱਦੀ ਆਈ ਆ। ਇਸ ਤਰ੍ਹਾਂ ਬਾਬਾ ਧੀਰ ਮੱਲ ਜੀ ਦੇ ਹਿੱਸੇ ਕੁਝ ਵੀ ਨਹੀਂ ਆਇਆ, ਬਹੁਤ ਥੋੜਾ ਕੁਝ ਆਇਆ, ਪਰ ਸ੍ਰੀ ਗੁਰੂ ਹਰ ਰਾਏ ਜੀ ਦੇ ਹਿੱਸੇ ਗੱਦੀ ਆਈ ਆ। ਇਸ ਤਰ੍ਹਾਂ ਤੁਹਾਡਾ ਵੀ ਇੱਕ ਭਰਾ ਹੈ, ਸੋ ਜਾਣੋ ਜੇ ਕੁਝ ਸੰਗਤਾਂ ਉਹਨਾਂ ਕੋਲ ਚਲੀਆਂ ਜਾਣਗੀਆਂ ਕੁਝ ਵੀ ਨਹੀਂ ਹੋਵੇਗਾ। ਫਿਰ ਜੋ ਤਪਤ ਭਰਾਤ ਹੈ ਰਾਵਰ ਅਰ ਸਭ ਮਾਤਾ ਰਹਿਤ ਆਵਾਸ। ਰਿਸ਼ਤੇ ਵਿੱਚ ਉਹ ਤੁਹਾਡਾ ਭਰਾ ਲੱਗਦਾ ਹੈ ਤੇ ਮਾਤਾ ਜੀ ਵੀ ਉਹਦੇ ਨਾਲ ਹੀ ਰਹਿੰਦੇ ਹਨ ਹੁਣ ਸਾਰੇ ਹੀ ਮਿਲ ਕੇ। ਸੋ ਪੀ ਸਦਨ ਆਪਣ ਜਾਣੋ ਬਣੇ ਪਠਾਵਨ ਧਨ ਕੋ ਰਾਸ। ਇਹ ਥੋੜੇ ਬਹੁਤੇ ਸਿੱਖ ਉੱਤੇ ਚਲੇ ਜਾਣਗੇ, ਕੋਈ ਘਾਟਾ ਨਹੀਂ ਪੈਣ ਲੱਗਾ ਆਪ ਜੀ ਨੂੰ। ਇਸ ਕਰਕੇ ਉੱਥੇ ਵੀ ਪੂੰਜੀ ਦੇਣੀ ਬਣਦੀ ਆ। ਉੱਥੇ ਤੁਹਾਡੇ ਮਾਤਾ ਜੀ ਤੁਹਾਡੇ ਭਰਾ ਜੀ ਰਹਿੰਦੇ ਹਨ, ਪਰ ਅਸਲ ਗੁਰੂ ਤੁਸੀਂ ਬਣ ਜਾਵੋ ਹੁਣ। ਸਭ ਵਿਦ ਕੀ ਸੁਧ ਤੁਮ ਹੀ ਲੀਜੈ ਕੀਜੈ ਮੇਰਾ ਆਨੰਦ ਪ੍ਰਕਾਸ਼। ਇਸ ਕਰਕੇ ਤੁਸੀਂ ਸਾਰੀਆਂ ਵਿਧੀਆਂ ਦੇ ਨਾਲ ਖਬਰਸਾਰ ਲੈ ਕੇ ਮੇਲ ਕਰਕੇ ਆਨੰਦ ਦਾ ਪ੍ਰਕਾਸ਼ ਕਰੋ, ਭਾਵ ਪ੍ਰਮੁੱਖ ਗੁਰੂ ਤੁਸੀਂ ਬਣ ਜਾਵੋ। ਗੁਰੂ ਹਰਿਕ੍ਰਿਸ਼ਨ ਨੂੰ ਆਪਣਾ ਦਾਸ ਬਣਾ ਲਵੋ ਹੁਣ। ਸ੍ਰੀ ਸਤਿਗੁਰ ਹਰਿ ਰਾਏ ਕੋ ਜੇਠੋ ਸੁਤ ਸੁਨ ਬਾਤ ਮਾਨੀ ਨੈ ਮਾਨੀ। ਇਸ ਕਰਕੇ ਤੇ ਬਾਬਾ ਰਾਮ ਰਾਏ ਜੀ ਜਿਹੜੇ ਹਨ ਨਾ, ਉਹਨਾਂ ਨੇ ਸਾਰੀਆਂ ਗੱਲਾਂ ਮਸੰਦਾਂ ਦੀਆਂ ਸੁਣੀਆਂ ਨੇ,
ਉਹਨਾਂ ਨੇ ਗਲਤ ਸਿੱਖਿਆ ਦਿੱਤੀ। ਭਾਵ ਇਹ ਜਦੋਂ 8ਵੇਂ ਪਾਤਸ਼ਾਹ ਵੇਲੇ ਤੱਕ ਇਹ ਜਿਹੜੇ ਗੁਰੂ ਘਰ ਦੇ ਪ੍ਰਚਾਰਕ ਸਨ, ਮਸਨਦ ਜਿਹੜੇ ਉੱਚੀ ਜਗ੍ਹਾ ਬਹਿ ਕੇ ਛੋਟੇ ਤਖਤ 'ਤੇ ਪ੍ਰਚਾਰ ਕਰਨ ਵਾਲੇ, ਇਹਨਾਂ ਦੀ ਬੁੱਧੀ ਭ੍ਰਸ਼ਟ ਹੋ ਚੁੱਕੀ ਸੀ 8ਵੇਂ ਪਾਤਸ਼ਾਹ ਜਦੋਂ ਗੱਦੀ 'ਤੇ ਬੈਠੇ। ਇਸ ਕਰਕੇ ਇਹਨਾਂ ਨੇ ਬਾਬਾ ਰਾਮ ਰਾਏ ਜੀ ਨੂੰ ਗਲਤ ਸਿੱਖਿਆ ਦੇ ਦਿੱਤੀ ਆ। ਜਦੋਂ ਬਾਬਾ ਜੀ ਰਾਮ ਰਾਏ ਜੀ ਨੇ ਸੁਣਿਆ ਹੈ, ਦੋਹੇਰਾ ਸ੍ਰੀ ਸਤਿਗੁਰ ਹਰ ਰਾਏ ਕੋ ਜੇਠੋ ਸਤ ਸੁਣ ਬਾਤ, ਮਾਨੀ ਨੈ ਮਾਨੀ ਕਸੋ ਕਹਿਤ ਭੈ ਬਖਿਆਤ। ਪਰ ਇਸ ਕਰਕੇ ਫਿਰ ਉਹ ਜਿਹੜੇ ਹੰਕਾਰ ਦੇ ਵਿੱਚ ਆਏ ਹੋਏ ਸੀ, ਹੁਣ ਉਹਨਾਂ ਨੇ ਭਾਵੇਂ ਪੁੱਠੀ ਮੱਤ ਦਿੱਤੀ, ਪਰ ਬਾਬਾ ਰਾਮ ਰਾਏ ਜੀ ਨੇ ਉਹਨਾਂ ਦੀ ਗੱਲ ਨੂੰ ਕੱਟ ਦਿੱਤਾ ਤੇ ਕਹਿਣ ਲੱਗੇ ਹਨ, ਸਵਈਆ ਸੰਦ ਮਿਰਨ ਹਮਾਰੋ ਹੋਏ ਨ ਕੈਮਹੀ ਪਰਿਓ ਅੰਤਰੋ ਅਵੇ ਬਸਾਲ। ਕਹਿੰਦੇ ਤੁਸੀਂ ਕਹਿੰਦੇ ਹੋ ਕਿ ਸਾਡਾ ਮਿਲਣਾ ਹੋ ਜਾਵੇ ਮੇਰੇ ਛੋਟੇ ਭਰਾ ਨਾਲ, ਇਹ ਕਿਸੇ ਤਰ੍ਹਾਂ ਨਹੀਂ ਹੋ ਸਕਦਾ, ਕਿਉਂਕਿ ਸਾਡੇ ਰਿਸ਼ਤੇ ਵਿੱਚ ਬਹੁਤ ਵੱਡੀ ਦਰਾੜ ਪੈ ਚੁੱਕੀ, ਅੰਤਰ ਪੈ ਗਿਆ ਹੈ। ਹੁਣ ਸ੍ਰੀ ਸਤਿਗੁਰ ਪਿਤ ਨੇ ਜੋ ਕਹੈ ਬਚ ਸਭ ਨੇ ਸੁਣੇ ਹੁਤੇ ਕਿਸ ਕਾਲ। ਕਿਉਂਕਿ ਸਤਿਗੁਰੂ ਜੀ ਨੇ ਬਹੁਤ ਵੱਡੇ ਇਕੱਠ ਦੇ ਵਿੱਚ ਇਹ ਬਚਨ ਕਹੇ, ਪਿਤਾ ਜੀ ਨੇ, ਗੁਰੂ ਹਰ ਰਾਏ ਜੀ ਨੇ, ਉਸ ਸਮੇਂ ਉਹ ਸਾਰਿਆਂ ਨੇ ਸੁਣੇ ਹੋਏ ਨੇ। ਕੀ ਆਖਿਆ ਸੀ ਗੁਰੂ ਜੀ ਨੇ, ਦੱਸਦੇ ਹਨ ਫਿਰ, ਜਾਂ ਤੇ ਮੇਰੇ ਨ ਸੰਗਮ ਹੋਏ ਸੋ ਜਨ ਕੇ ਮਨ ਮੈਂ ਹਟਕ ਅਚਾਲ। ਆਖਿਆ ਸੀ ਜਿਹੜੇ ਮੇਰੇ ਸਿੱਖ ਹੋਣਗੇ ਉਹ ਕਦੇ ਵੀ ਬਾਬਾ ਰਾਮ ਰਾਏ ਜੀ ਨਾਲ ਮੇਲ ਨਹੀਂ ਰੱਖਣਗੇ ਮੇਰੇ ਪੁੱਤਰ ਦੇ ਨਾਲ, ਸੋ ਉਹਨਾਂ ਦਾ ਕਹਿੰਦੇ ਹੁਕਮ ਅਟੱਲ ਆ। ਇਸ ਲਈ ਉਹ ਸੰਗਤ ਮੇਰੇ ਨਾਲ ਕਿਵੇਂ ਕਦੇ ਨਹੀਂ ਮਿਲ ਸਕਦੀ। ਮਸੰਦਾਂ ਨੂੰ ਕਹਿੰਦੇ ਨੇ ਬਾਬਾ ਰਾਮ ਰਾਏ ਜੀ ਕਿ ਤੁਸੀਂ ਇਹ ਆਖੀ ਤਾਂ ਜਾਣਦੇ ਹੋ ਕਿ ਮੈਂ ਹੁਣ ਗੁਰੂ ਬਣ ਜਾਵਾਂ, ਇਸ ਕਰਕੇ ਵੀ ਕਿਵੇਂ ਹੋ ਸਕਦਾ ਹੈ, ਮੈਂ ਆਪਣੇ ਛੋਟੇ ਭਰਾ ਨਾਲ ਕਿਵੇਂ ਮੇਲ ਕਰ ਸਕਦਾ ਹਾਂ, ਇਹ ਨਹੀਂ ਹੋ ਸਕਦਾ। ਗੁਰੂ ਹਰ ਰਾਏ ਜੀ ਨੇ ਸਭ ਨੂੰ ਕਹਿ ਦਿੱਤਾ, ਉਹਨਾਂ ਦਾ ਹੁਕਮ ਜਿਹੜਾ ਅਟੱਲ ਹੈ। ਤਿੰਨੋਂ ਬਤਾਇਓ ਲਹੂ ਸਤ ਪੂਜਨ ਪੈਰ ਦੇ ਤਿਸ ਸਰਦਾ ਨਾਲ। ਗੁਰੂ ਪਿਤਾ ਜੀ ਨੇ ਛੋਟੇ ਪੁੱਤਰ ਨੂੰ ਪੂਜਣ ਵਾਸਤੇ ਵੱਡੇ ਇਕੱਠ ਵਿੱਚ ਕਿਹਾ ਹੈ। ਇਸ ਕਰਕੇ ਸੰਗਤਾਂ ਨੇ ਗੁਰੂ ਹਰਿਕ੍ਰਿਸ਼ਨ ਨੂੰ ਹੀ ਗੁਰੂ ਮੰਨਿਆ ਹੈ, ਉਹਨਾਂ ਦੇ ਪ੍ਰਤੀ ਉਹ ਸ਼ਰਧਾ ਵਾਲੇ ਹੋ ਗਏ ਨੇ। ਮੈਨੂੰ ਕੋਈ ਵੀ ਗੁਰੂ ਨਹੀਂ ਮੰਨੇਗਾ। ਪਠੋ ਮਸੰਦਨ ਦੇਸਨ ਮਾਈ ਜਿਸ ਸੰਗਤ ਪਰ ਜੋ ਚੱਲ ਜਾਏ। ਇਸ ਕਰਕੇ ਸਾਰੇ ਦੇਸ਼ਾਂ ਵਿੱਚ ਮਸੰਦਾਂ ਨੂੰ ਹੁਣ ਭੇਜੋ, ਜਿਸ ਸੰਗਤ ਪਾਸ ਜੋ ਵੀ ਚੱਲ ਕੇ ਜਾਵੇ ਉੱਥੋਂ ਦੀ ਉਹਨੂੰ ਫਿਰ ਇਹ ਜਿਹੜੀ ਆ ਮਰਿਆਦਾ ਦੇ ਅਨੁਸਾਰ ਤਹਿ ਕੀ ਤੈ ਦਸਤਾਰ ਬੰਧਾਵੋ ਦਿਓ ਦਰਬ ਮਨ ਅਦਕ ਵਧਾਏ। ਇਵੇਂ ਫਿਰ ਜਿਹੜੇ ਬਾਕੀ ਮਸੰਦ ਨੇ ਉਹਨਾਂ ਨੂੰ ਜਾਂ ਤਾਂ ਸਿਖਾ ਦੇਵੋ, ਉਹਨਾਂ ਨੂੰ ਫਿਰ ਦਸਤਾਰ ਬਣਾਵੋ ਸਾਡੇ ਵੱਲੋਂ, ਪੈਸੇ ਦੇ ਕੇ ਉਹਨਾਂ ਦਾ ਮਨ ਜਿਹੜਾ ਵਧਾ ਦੇਵੋ। ਸਿੱਖਿਅਨ ਸਭ ਮੈਂ ਰਹੇ ਉਪਦੇਸਤ ਇਤ ਕੋ ਸੋ ਜਸ ਬਸਾਲ ਸੁਣਾਏ। ਇਵੇਂ ਫਿਰ ਜਿਹੜੇ ਸਿੱਖਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਆ, ਪਿੰਡਾਂ ਸ਼ਹਿਰਾਂ ਦੂਰ ਨਗਰਾਂ ਵਿੱਚ ਸਮੁੰਦਰੋਂ ਪਾਰ, ਉਹਨਾਂ ਨੂੰ ਪੈਸੇ ਦੇ ਦੇਵੋ, ਉਹ ਹੁਣ ਸਿੱਖਾਂ ਸੰਗਤਾਂ ਨੂੰ ਮੇਰੇ ਕੋਲ ਲਿਆ ਸਕਦੇ ਹਨ। ਸਿੱਖਿਅਨ ਮੈਂ ਸਭ ਮੈਂ ਰਹੇ ਉਪਦੇਸ਼ਤ ਇਤ ਕੋ ਸੋ ਜਸ ਬਸਾਲ ਸੁਣਾਏ। ਬੰਦ ਬਸਤ ਕਰ ਕਹਿ ਬਦਨੀਕੇ ਲੈ ਅਬ ਹਿੰਗੇ ਹਮਰੇ ਥਾਏ। ਇਵੇਂ ਫਿਰ ਚੰਗੀ ਵਿਧੀ ਅਨੁਸਾਰ ਬੰਦੋਬਸਤ ਜਿਹਾ ਕਰਕੇ ਸਾਡੇ ਕੋਲ ਲੈ ਆਉਣ। ਭਾਵ ਮਸੰਦਾਂ ਨੂੰ ਫਿਰ ਬਾਬਾ ਰਾਮ ਰਾਏ ਜੀ ਕਹਿੰਦੇ ਇਹ ਤੁਸੀਂ ਹੀ ਕਰ ਸਕਦੇ ਹੋ। ਤੁਸੀਂ ਜਦੋਂ ਜਾਂਦੇ ਹੋ ਸਿੱਖੀ ਦਾ ਪ੍ਰਚਾਰ ਕਰਨ, ਕੁਝ ਸੰਗਤਾਂ ਨੂੰ ਨਹੀਂ ਪਤਾ ਕਿ ਗੱਦੀ 'ਤੇ ਕੌਣ ਬੈਠਾ ਹੈ, ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਬਾਬਾ ਰਾਮ ਰਾਏ ਜੀ ਬੈਠੇ ਨੇ, ਹੁਣ ਗੁਰੂ ਦੇ ਵੱਡੇ ਪੁੱਤਰ, ਉਹਨਾਂ ਨੂੰ ਸਾਡੇ ਕੋਲ ਲੈ ਕੇ ਆਉਣਾ ਕਰੋ। ਸ਼੍ਰੀ ਹਰਿਕ੍ਰਿਸ਼ਨ ਸਮੀਪ ਨ ਜਾਵੈ ਖਾਜ ਸਿੱਖੀ ਤੇ ਡਰ ਪਾਏ। ਸ਼੍ਰੀ ਹਰਿਕ੍ਰਿਸ਼ਨ ਜੀ ਦੇ ਪਾਸ ਨਾ ਜਾਣੋ, ਇਦਾਂ ਦਾ ਕੁਝ ਕਰ ਦੋ, ਮੈਂ ਪੈਸੇ ਦੇ ਦੇਵਾਂਗਾ ਤੁਹਾਨੂੰ। ਇਸ ਕਰਕੇ ਸਿੱਖੀ ਤੋਂ ਖਾਰਜ ਕਰਨ ਦਾ ਡਰ ਨਾ ਪਾਉਣ, ਇਦਾਂ ਦੀ ਵਿਧੀ ਬਣਾ ਦਿਓ ਕੋਈ। ਹੁਣ ਵਰਜਨ ਕਰੇ ਜਾਏ ਸਭ ਦੇਸਨ ਲਘੂ ਬੁਲੰਦ ਕੋ ਦੇ ਸਮਝਾਏ। ਸਾਰੇ ਦੇਸ਼ਾਂ ਦੇ ਸਿੱਖਾਂ ਨੂੰ ਰੋਕ ਦਿਓ, ਉਹ ਜਿਹੜੇ ਮਸੰਦ ਨੇ ਉਹਨਾਂ ਨੂੰ ਕਹਿ ਦਿਓ
ਕਿ ਉਹ ਸਾਰਿਆਂ ਨੂੰ ਕਹੋ ਕਿ ਬਾਬਾ ਰਾਮ ਰਾਏ ਜੀ ਅਸਲੀ ਗੁਰੂ ਨੇ। ਹੌਲੀ ਹੌਲੀ ਉਹ ਸਮਝਾ ਦੇਣਗੇ ਛੋਟਿਆਂ ਵੱਡਿਆਂ ਨੂੰ। ਤਿਮ ਸਭ ਸੋਢੀ ਗੁਰੂ ਕਹਾਵੈ, ਨਹੀਂ ਨਿਕਟ ਤਿਨ ਕੇ ਪੀ ਜਾਏ। ਇਵੇਂ ਫਿਰ ਕੋਈ ਵੀ ਉਹਨਾਂ ਦੇ ਪਾਸ ਨਾ ਜਾਵੇ। ਅਸਲੀ ਗੁਰੂ ਬਾਬਾ ਰਾਮ ਰਾਏ ਜੀ ਮਸੰਦਾਂ ਨੂੰ ਕਹਿ ਕੇ ਇਦਾਂ ਦਾ ਪ੍ਰਚਾਰ ਕਰਾਉਣਾ ਕਰੋ। ਹੁਣ ਆਪਣੀ ਸੰਗਤ ਰਹਿ ਨਿਰਾਲੀ, ਕਰੇ ਕੜਾਹੀ ਭਾਉ ਵਧਾਏ। ਇਵੇਂ ਫਿਰ ਆਪਣੀ ਜਿਹੜੀ ਸੰਗਤ ਆ ਉਹ ਵੱਖਰੀ ਰਹੇਗੀ। ਪ੍ਰੇਮ ਵਧਾ ਕੇ ਕੜਵਾਹੀ ਕਰਾਉਣਗੇ, ਇਦਾਂ ਕੜਾਹੀ ਕਰਵਾਉਣਗੇ ਸਾਡੇ ਨਾਮ ਦੀ। ਇਦਾਂ ਪ੍ਰਸ਼ਾਦ ਫਿਰ ਸਾਡੇ ਨਾਂ ਦਾ ਹੀ ਤਿਆਰ ਹੋਵੇਗਾ। ਹਿਮ ਕੈ ਅਨਕ ਮਸੰਦ ਪਟੇ ਹੈ, ਮਾਨ ਦਾਨ ਦੇ ਦਰਬਾ ਪਾਰ। ਇਸ ਤਰ੍ਹਾਂ ਕਹਿ ਕੇ ਜਿਹੜੇ ਮਸੰਦ ਸਨ ਉਹ ਤਿਆਰ ਕਰਵਾਏ ਗਏ ਨੇ ਵੱਖ-ਵੱਖ ਇਲਾਕਿਆਂ ਵਿੱਚ ਭੇਜਣ ਲਈ। ਉਹਨਾਂ ਨੂੰ ਮਾਣ ਦਾਨ ਤੇ ਧਨ ਦਿੱਤਾ ਗਿਆ ਬਾਬਾ ਰਾਮ ਰਾਏ ਜੀ ਦੁਆਰਾ ਕਿ ਤੁਸੀਂ ਹੁਣ ਅੱਜ ਤੋਂ ਬਾਅਦ ਮੇਰਾ ਪ੍ਰਚਾਰ ਕਰਨਾ, ਭਾਵ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਚਾਰ ਨਹੀਂ ਕਰਿਆ ਕਰਨਾ ਹੈ। ਸਿਰ ਦਸਤਾਰ ਵਧਾਵਨ ਕਰਕੇ, ਲਿਖੇ ਹੁਕਮਨਾਮੇ ਕਰ ਧਾਰ। ਇਹ ਪਰ ਸਾਰਿਆਂ ਦੇ ਸਿਰ ਤੇ ਦਸਤਾਰ ਬਣਵਾ ਕੇ ਸਾਰੇ ਸਿੱਖਾਂ ਦੇ ਨਾਵਾਂ ਤੇ ਹੁਕਮਨਾਮੇ ਲਿਖੇ ਗਏ ਹਨ। ਜਸ ਕੇ ਜੀ ਭੇਜੋ ਤੈ ਆਖ, ਲਿਖਿਓ ਹਮਾਰੋ ਇਹੋ ਮੁਖਤਿਆਰ। ਜਿਸ ਮਸੰਦ ਨੂੰ ਵੀ ਜਿੱਥੇ ਭੇਜਿਆ ਉਸ ਬਾਰੇ ਲਿਖਿਆ ਕਿ ਇਹ ਸਾਡਾ ਮੁਖਤਾਰ ਹੈ। ਇਸ ਕਰਕੇ ਤੇ ਇਹਦਾ ਜਿਹੜਾ ਕਿਹਾ ਹੋਇਆ ਹੀ ਸਾਡਾ ਕਿਹਾ ਹੋਇਆ ਜਾਣੋ। ਹੁਣ ਗੁਰ ਮਨੌਤ ਹੋਏ ਸੋ ਇਸ ਦੀਜੇ, ਕਹਿ ਜੋ ਮਨ ਹੋਏ ਉਧਾਰ। ਜੋ ਵੀ ਗੁਰੂ ਦੀ ਮਨੌਤ ਹੋਵੇ ਨਾ ਇਹਨੂੰ ਦੇ ਦੇਵੋ। ਇਸ ਕਰਕੇ ਤੇ ਜੋ ਵੀ ਇਹ ਕਹੇ ਉਹਨੂੰ ਮੰਨ ਲਵੋ ਤੇ ਤੁਹਾਡਾ ਇਹਦੇ ਨਾਲ ਉਧਾਰ ਹੋਵੇਗਾ। ਭਾਵ ਕਿ ਬਾਬਾ ਰਾਮ ਰਾਏ ਜੀ ਨੇ ਮਸੰਦਾਂ ਨੂੰ ਭੇਜਿਆ, ਉਹਨਾਂ ਦੇ ਹੱਥ ਵਿੱਚ ਹੁਕਮਨਾਮੇ ਲਿਖਾ ਦਿੱਤੇ, ਪਕੜਾ ਦਿੱਤੇ ਕਿ ਮਸੰਦ ਗੁਰੂ ਦੇ ਪੁੱਤਰ ਦੇ ਭੇਜੇ ਹੋਏ ਨੇ ਜਿਹੜੇ ਹੁਣ ਗੁਰੂ ਬਣੇ ਨੇ, ਤੇ ਜੋ ਇਹ ਕਹਿੰਦੇ ਨੇ ਉਹੀ ਕਰੋ, ਇਹਦੇ ਨਾਲ ਤੁਹਾਡਾ ਭਲਾ ਹੋਵੇਗਾ। ਇੱਦਾਂ ਉਹ ਜਿਹੜੇ ਮਸੰਦ ਸੀ ਵੱਖ-ਵੱਖ ਇਲਾਕਿਆਂ ਵਿੱਚ ਤਿਆਰ ਕਰਵਾ ਕੇ ਉਹਨਾਂ ਨੂੰ ਪੈਸੇ ਦੇ ਕੇ ਭੇਜਿਆ ਗਿਆ, ਮਾੜੀ ਮੱਤ ਸਿਖਾ ਕੇ। ਰਹੋ ਸਦਾ ਅਨੁਸਾਰੀ, ਇਸ ਕੇ ਆਵੋ ਦਸ ਕੋ ਸੰਗ ਲਾਏ। ਤੇ ਸਦਾ ਹੀ ਇਹਨਾਂ ਦੀ ਆਗਿਆ ਵਿੱਚ ਰਹੋ। ਇਸ ਕਰਕੇ ਇਹਨਾਂ ਨੂੰ ਨਾਲ ਲੈ ਕੇ ਸਾਡੇ ਦਰਸ਼ਨ ਲਈ ਆਓ। ਬਾਬਾ ਰਾਮ ਰਾਏ ਜੀ ਨੇ ਇੱਦਾਂ ਦੇ ਹੁਕਮਨਾਮੇ ਜਿੱਦਾਂ ਗੁਰੂ ਸਾਹਿਬ ਜੀ ਲਿਖਿਆ ਕਰਦੇ ਸੀ ਕਿਸੇ ਸਮੇਂ, ਬਿਲਕੁਲ ਉਸੇ ਰੀਸ ਦੇ ਨਾਲ ਹੂਬਹੂ ਮਸੰਦਾਂ ਨਾਲ ਮਿਲ ਕੇ ਸਭ ਕੁਝ ਇੱਦਾਂ ਕਰਨ ਸ਼ੁਰੂ ਕਰ ਦਿੱਤਾ ਹੈ। ਜੋਨ ਆਏ ਤਨ ਅਰਪੇ, ਇਸ ਸਭ ਮੈਂ ਹਮਕੋ ਪਹੁੰਚੇ ਗੋਜੋ ਦੇ। ਇਸ ਕਰਕੇ ਤੇ ਸਭ ਹਮਕੋ ਪਹੁੰਚੇ ਗੋਜੋ ਦੇ। ਜਿਹੜਾ ਵੀ ਇਸ ਧਨ ਨੂੰ ਅਰਪਣ ਕਰੇਗਾ, ਜੋ ਵੀ ਦੇਵੇਗਾ, ਉਹ ਸਭ ਸਾਨੂੰ ਇਹ ਪਹੁੰਚਾ ਦੇਣਗੇ। ਇਹਨਾਂ ਨੂੰ ਧਨ ਦੇਵੋਗੇ, ਸਾਡੇ ਕੋਲ ਆ ਜਾਵੇਗਾ ਤੁਹਾਡਾ ਦਿੱਤਾ ਹੋਇਆ ਧਨ। ਗੁਰ ਕੀ ਖੁਸ਼ੀ ਹੋਈ ਤਮ ਉੱਪਰ, ਕਰੋ ਕਾਮਨਾ ਪੂਰੇ ਸੇ। ਇਵੇਂ ਫਿਰ ਗੁਰੂ ਦੀ ਤੁਹਾਡੇ ਤੇ ਖੁਸ਼ੀ ਹੋਵੇਗੀ, ਆਪਣੀਆਂ ਕਾਮਨਾਵਾਂ ਨੂੰ ਪੂਰੀਆਂ ਕਰਨਾ ਕਰੋ। ਸ਼ਬਦ ਪਠੋ ਵਰ ਜਨਮ ਸੁਧਾਰੋ, ਨੈ ਪਰਮੋ ਨਿਜ ਧਰਮ ਗਏ। ਇਵੇਂ ਸ਼ਬਦ ਪੜੋ ਤੇ ਆਪਣੇ ਜਨਮ ਨੂੰ ਸੁਧਾਰੋ, ਭਰਮਾਂ ਵਿੱਚ ਨਾ ਪਵੋ, ਆਪਣੇ ਧਰਮ ਵਿੱਚ ਕਾਇਮ ਰਹਿਣਾ ਕਰੋ। ਇਦਾਂ ਦੇ ਹੁਕਮਨਾਮੇ ਲਿਖੇ ਹਨ। ਕਹੈ ਹੁਕਮਨਾਮੇ ਸਭ ਧਾਈ, ਜਾਏ ਸੰਗਤ ਤਿਨ ਮੈਂ ਧਨ ਲੀਨ। ਇਹ ਜਿਹੜੇ ਨਵੇਂ ਮਸੰਦ ਸੀ ਭ੍ਰਿਸ਼ਟ ਹੋ ਗਏ ਸੀ ਸਾਰੇ ਹੀ, ਤਾਂ ਇਦਾਂ ਦੇ ਹੁਕਮਨਾਮੇ ਲਿਖੇ ਗਏ ਜਿਹਦੇ ਵਿੱਚ ਬਾਬਾ ਰਾਮ ਰਾਏ ਜੀ ਨੂੰ ਗੁਰੂ ਆਖਿਆ ਗਿਆ। ਗੁਰੂ ਹਰਿਕ੍ਰਿਸ਼ਨ ਜੀ ਦਾ ਜ਼ਿਕਰ ਨਹੀਂ ਕੀਤਾ ਹੈ। ਇਹ ਲਿਖਿਆ ਗਿਆ ਕਿ ਇਹਨਾਂ ਨੂੰ ਦੌਲਤ ਧਨ ਦੇਵੋ, ਇਹ ਸਾਡੇ ਕੋਲ ਆਉਣਗੇ ਲੈ ਕੇ, ਇਹਨਾਂ ਦੇ ਨਾਲ ਦਰਸ਼ਨ ਕਰਨ ਆਵੋ। ਇਸ ਕਰਕੇ ਇਦਾਂ ਦੇ ਹੁਕਮਨਾਮੇ ਲਿਖੇ ਗਏ, ਸਾਰੇ ਮਸੰਦਾਂ ਨੂੰ ਦਿੱਤੇ ਗਏ ਤੇ ਉਹਨਾਂ ਨੇ ਵੱਖ-ਵੱਖ ਇਲਾਕਿਆਂ ਵਿੱਚ ਜਾਣਾ ਕੀਤਾ ਤੇ ਇਸ ਪ੍ਰਕਾਰ ਗਲਤ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅਪਰ ਗੁਰੂ ਕੇ ਨਿੰਦਕ ਬਨ ਬਨ, ਆਪਣੇ ਪਰ ਪਰ ਮਾਏ ਪਰਵੀਨ। ਇਵੇਂ ਹੁਣ ਗੁਰੂ ਘਰ ਦੇ ਨਿੰਦਕ ਬਣ ਗਏ ਜਿਹੜੇ ਕਿਸੇ ਸਮੇਂ ਗੁਰੂ ਘਰ ਦੇ ਪ੍ਰਚਾਰਕ ਹੁੰਦੇ ਸੀ।
ਝੂਠ ਬੋਲਣੋ ਕਪਟ ਕਮਾਵਣ। ਜਿਉ ਜਿਉ ਦਰਬ ਨਿਹੇ ਲਬ ਪੀਨ। ਝੂਠ ਬੋਲ ਬੋਲ ਕੇ ਹੁਣ ਕਪਟ ਕਮਾਉਣ ਲੱਗ ਗਏ। ਬਾਬਾ ਰਾਮ ਰਾਏ ਜੀ ਤੋਂ ਪੈਸੇ ਲੈ ਕੇ ਵਿਕ ਗਏ। ਉਹਨਾਂ ਦੀ ਖਾਤਰ ਹੁਣ ਤੇ ਕੰਮ ਕਰਦੇ ਸੀ, ਝੂਠ ਬੋਲਦੇ, ਸੰਗਤਾਂ ਵਿੱਚ ਕਪਟ ਕਮਾਉਂਦੇ ਹਨ। ਭੋਲੀ ਸੰਗਤ ਕਰ ਬਸ ਆਪਣੇ, ਅਰਪਨ ਟਿਗ ਪਹੁੰਚਣ ਨੈ ਦੀਨ। ਕੁਝ ਸੰਗਤਾਂ ਭੋਲੀਆਂ ਸਨ, ਉਹਨਾਂ ਨੂੰ ਬਿਲਕੁਲ ਨਹੀਂ ਸੀ ਪਤਾ ਗੱਦੀ ਤੇ ਕੌਣ ਅਸਲ ਗੁਰੂ ਕੌਣ ਆ। ਉਹਨਾਂ ਨੂੰ ਫਿਰ ਆਪਣੀਆਂ ਗੱਲਾਂ 'ਚ ਲੈ ਲੈਣਾ ਤੇ ਗੁਰੂ ਜੀ ਦੇ ਪਾਸ, ਗੁਰੂ ਹਰਕ੍ਰਿਸ਼ਨ ਜੀ ਕੋਲ ਨਹੀਂ ਸੀ ਪਹੁੰਚਣ ਦਿੰਦੇ, ਬਾਬਾ ਰਾਮ ਰਾਏ ਜੀ ਕੋਲ ਲਿਆਉਂਦੇ ਹੁੰਦੇ ਸਨ। ਅਦਕ ਦਰਬ ਸੰਗਤ ਤੇ ਆਵੈ, ਕਸ ਸ੍ਰੀ ਰਾਮ ਰਾਏ ਟਿਕ ਦੇ। ਕਈ ਇਲਾਕਿਆਂ ਵਿੱਚ ਮਸੰਦਾਂ ਨੂੰ ਬੜਾ ਚੜਾਵਾ ਹੋਣ ਲੱਗ ਗਿਆ, ਕਿਉਂਕਿ ਸੰਗਤਾਂ ਨਹੀਂ ਸੀ ਜਾਣਦੀਆਂ ਕਿ ਇਹ ਅੱਗੇ ਦੇਣਗੇ ਕਿ ਨਹੀਂ ਪੈਸੇ। ਇਹਨਾਂ ਕੀ ਕਰਨਾ, ਥੋੜਾ ਜਿਹਾ ਹਿੱਸਾ ਤਾਂ ਬਾਬਾ ਰਾਮ ਰਾਏ ਜੀ ਨੂੰ ਦੇ ਦੇਣਾ, ਬਾਕੀ ਪੈਸੇ ਆਪਣੇ ਕੋਲ ਰੱਖਣ ਲੱਗੇ ਹਨ ਹੁਣ। ਅਦਕ ਦਰਬ ਸੰਗਤ ਕੋ ਆਵੈ, ਸ੍ਰੀ ਰਾਮ ਰਾਏ ਟਿਕ ਦੇ। ਔਰ ਸਕਲ ਆਪਣੇ ਟਿਕ ਰਾਖੈ, ਭਲੇ ਧਨੀ ਸਿੱਖਿਆਨ ਤਨ ਲੈ। ਇਸ ਕਰਕੇ ਗੁਰੂ ਮਹਾਰਾਜ ਤੋਂ ਬੇਮੁਖ ਹੋ ਗਏ ਜਿਹੜੇ ਮਸੰਦ ਸੀ। ਇਹਨਾਂ ਨੇ ਬਹੁਤ ਸਾਰਾ ਪੈਸਾ ਜੋੜ ਲਿਆ। ਸਿੱਖਾਂ ਤੋਂ ਇਕੱਠਾ ਕਰਨਾ, ਨਗਰਾਂ ਵਿੱਚ ਜਾਣਾ। ਭਾਵ ਪਹਿਲਾਂ ਜਿਹੜੇ ਮਸੰਦ ਸੀ, ਜਿਹੜੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਪ੍ਰਥਾ ਤੋਰੀ ਸੀ, ਇਹ ਮੰਜੀ ਪ੍ਰਥਾ, ਤੇ ਉਸ ਵਕਤ ਜਿਹੜੇ ਸਨ ਉਹ ਸਿੱਖ ਉਹ ਸਹੀ ਸੀ। ਗੁਰੂ ਰਾਮਦਾਸ ਜੀ ਵੇਲੇ ਵੀ ਸਹੀ, ਗੁਰੂ ਅਰਜਨ ਦੇਵ ਜੀ ਸਮੇਂ ਵੀ ਸਹੀ। ਹੌਲੀ ਹੌਲੀ ਇਹ ਬਦਲਦੇ ਗਏ। ਇਹਨਾਂ ਦੇ ਸੁਭਾਅ ਵਿੱਚ ਫਰਕ ਪੈ ਗਿਆ। ਇਹਨਾਂ ਨੇ ਪਹਿਲਾਂ ਗੁਰੂ ਦਾ ਪ੍ਰਚਾਰ ਕਰਦੇ ਹੁੰਦੇ ਸੀ, ਹੁਣ ਇਹ ਪੈਸੇ ਲੈ ਕੇ ਬਾਬਾ ਰਾਮ ਰਾਏ ਜੀ ਤੋਂ ਝੂਠ ਦਾ ਪ੍ਰਚਾਰ ਕਰਨ ਲੱਗ ਗਏ। ਸਿੱਖਾਂ ਨੇ ਪੈਸੇ ਦੇ ਦੇਣੇ, ਉਹਦਾ ਕੁਝ ਪ੍ਰਤੀਸ਼ਤ ਹਿੱਸਾ ਬਾਬਾ ਰਾਮ ਰਾਏ ਜੀ ਨੂੰ ਦੇ ਦੇਣਾ, ਬਾਕੀ ਆਪ ਰੱਖ ਲੈਣਾ। ਇੱਦਾਂ ਬਹੁਤ ਧਨਾੜ ਬਣ ਗਏ ਇਹ, ਬਹੁਤ ਪੈਸਾ ਇਹਨਾਂ ਕੋਲ ਜਮ੍ਹਾਂ ਹੋ ਗਿਆ। ਪਦਾਰਥ ਪਾ ਪਾ ਕੇ ਜਦੋਂ ਇੰਨਾ ਪੈਸਾ ਹੋਇਆ ਤੇ ਕਵੀ ਜੀ ਕਹਿੰਦੇ ਹਨ, ਪਾਏ ਪਦਾਰਥ ਭਏ ਹੰਕਾਰੀ, ਵੱਡੇ ਅਸਲ ਤੱਕ ਲਕੇ ਨਕੇ। ਪਦਾਰਥ ਪਾ ਕੇ ਹੰਕਾਰੀ ਇਹ ਹੋ ਗਏ ਨੇ, ਵੱਡੀ ਸ਼ਰਧਾ ਰਹਿਤ ਹੋ ਗਏ। ਹੁਣ ਸਾਰਿਆਂ ਨੂੰ ਆਪਣੇ ਤੋਂ ਨੀਵਾਂ ਸਮਝਣ ਲੱਗ ਗਏ। ਇਹਨਾਂ ਲਈ ਹੁਣ ਪੈਸਾ ਹੀ ਸਭ ਕੁਝ ਹੋ ਗਿਆ। ਸਿੱਖੀ ਨੂੰ ਗਲਤ ਪ੍ਰਚਾਰ ਦੇ ਰਾਹੀਂ ਇਹਨਾਂ ਨੇ ਪ੍ਰਚਾਰਿਆ। ਗੁਰੂ ਹਰਕ੍ਰਿਸ਼ਨ ਜੀ ਦਾ ਨਾਮ ਹੁਕਮਨਾਮਿਆਂ ਚੋਂ ਕੱਟ ਕੇ ਬਾਬਾ ਰਾਮ ਰਾਏ ਜੀ ਨੂੰ ਗੁਰੂ ਕਿਹਾ, ਜਾਂ ਕੁਝ ਹੋਰ ਵੀ ਗੁਰਬਾਣੀ ਦੀ ਬੇਅਦਬੀ ਕਰਿਆ ਕਰਦੇ ਹਨ। ਹੁਣ ਗੁਰੂ ਬਨਾਵਣ ਹਮਰੇ ਬਸ ਹੈ, ਜਿਸ ਕੋ ਚਾਹੇ ਕਿਸੇ ਪਹੁੰਚੇ। ਫਿਰ ਹੌਲੀ ਹੌਲੀ ਕਹਿਣ ਲੱਗ ਗਏ, ਕਹਿੰਦੇ ਕਿਹਨੂੰ ਗੁਰੂ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਇਹ ਸਾਡੇ ਵੱਸ 'ਚ ਆ। ਭਾਵ ਅਸੀਂ ਜਾਂਦੇ ਹਾਂ ਪ੍ਰਚਾਰ ਵਾਸਤੇ, ਜਿਹਨੂੰ ਕਹਿ ਦਈਏ ਕਿ ਉਹ ਗੁਰੂ ਆ, ਸੰਗਤਾਂ ਉਹਨੂੰ ਹੀ ਗੁਰੂ ਮੰਨ ਲੈਂਦੀਆਂ ਨੇ, ਕਿਉਂਕਿ ਉਦੋਂ ਅੱਜ ਵਾਲਾ ਜ਼ਮਾਨਾ ਨਹੀਂ ਸੀ ਨਾ ਕਿ ਇੱਦਾਂ ਸਾਰੇ ਕੋਲ ਇੱਕ ਖਬਰ ਪਹੁੰਚ ਸਕਦੀ। ਇਹ ਤਾਂ ਦੂਰ ਦੂਰ ਨਗਰਾਂ 'ਚ ਜਾ ਕੇ ਹੁਕਮਨਾਮੇ ਦੇ ਕੇ ਸਿੱਖਾਂ ਨੂੰ ਕਹਿਣਾ ਕਿ ਹੁਣ ਗੁਰਤਾ ਗੱਦੀ ਦੇ ਇਹ ਗੁਰੂ ਬੈਠੇ ਨੇ। ਇਸ ਕਰਕੇ ਕਹਿੰਦੇ ਕਿਹਨੂੰ ਗੁਰੂ ਬਣਾਉਣਾ ਕਿਹਨੂੰ ਨਹੀਂ, ਇਹ ਸਾਡੇ ਵੱਸ 'ਚ ਆ। ਜਿਹਨੂੰ ਚਾਹੀਏ ਉਹਦੀ ਪੂਜਾ ਕਰਵਾ ਦਈਏ, ਜਿਹਨੂੰ ਚਾਹੀਏ ਹਟਾ ਦਈਏ। ਭਾਵ ਬਾਬਾ ਰਾਮ ਰਾਏ ਦੀ ਪੂਜਾ ਕਰਵਾਉਣ ਵਾਲੇ ਅਸੀਂ ਹਾਂ, ਗੁਰੂ ਹਰਕ੍ਰਿਸ਼ਨ ਦੀ ਪੂਜਾ ਹਟਾਉਣ ਵਾਲੇ ਅਸੀਂ ਹਾਂ। ਇਸ ਕਰਕੇ ਹੁਣ ਗੁਰੂ ਬਨਾਵਣ ਹਮਰੇ ਬਸ ਹੈ, ਜਿਸਕੋ ਚਾਹੇ ਤਿਸੇ ਪੂਜੇ। ਜਿਹਨੂੰ ਚਾਹੀਏ ਗੁਰੂ ਬਣਾ ਦਈਏ ਪ੍ਰਚਾਰ ਦੇ ਦੁਆਰਾ। ਸਗਲ ਸੰਗਤਾਂ ਸੰਗ ਹਮਾਰੇ, ਸਾਰੀਆਂ ਸੰਗਤਾਂ ਸਾਡੇ ਨਾਲ ਨੇ। ਜਿਸ ਟਿਗ ਚਾਹੇ ਤਹ ਲੈ ਜਾਹੇ, ਜਿਹਦੇ ਪਾਸ ਚਾਹੀਏ ਉੱਥੇ ਹੀ ਲੈ ਜਾਂਦੇ ਹਾਂ। ਨਿਜ ਅਸਤਨ ਹਿਲਾਵਨ ਕਰਕੇ, ਗੁਰੂ ਨੇ ਕਾਸੈ ਦੇ ਬਿਠਾਏ। ਆਪਣੇ ਚੋਲੇ ਦੀ ਬਾਂਹ ਹਿਲਾ ਕੇ ਗੁਰੂ ਕੱਢ ਕੇ ਬਿਠਾ ਦਿੰਦੇ ਆ। ਇੰਨੀ ਤਾਕਤ ਆ ਗਈ ਸਾਡੇ ਕੋਲੇ। ਜੋ ਗੁਰ ਰਹੇ ਅਧੀਨ ਹਮਾਰੇ, ਇਸ ਕਰਕੇ ਜਿਹੜਾ ਗੁਰੂ ਸਾਡੇ ਅਧੀਨ ਰਹਿੰਦਾ ਅਸੀਂ ਉਹਦੀ ਪੂਜਾ ਕਰਵਾਉਂਦੇ ਆ, ਨਹੀਂ ਤਾਂ ਫਿਰ ਕਿਸੇ ਹੋਰ ਦੀ ਪੂਜਾ ਕਰਵਾਉਣ ਲੱਗ ਜਾਂਦੇ ਹਾਂ। ਇਸ ਕਰਕੇ ਗੁਰੂ ਸਾਡੇ ਵੱਸ 'ਚ ਆ, ਅਸੀਂ ਗੁਰੂ ਦੇ ਵੱਸ 'ਚ ਨਹੀਂ ਹੈਗੇ।
ਜਿਹਨੂੰ ਚਾਹੀਏ ਜਿਹਦੇ ਨਾਮ ਦਾ ਪ੍ਰਚਾਰ ਕਰੀਏ ਉਹੀ ਗੁਰੂ, ਦੂਜੇ ਨੂੰ ਕੌਣ ਜਾਣਦਾ ਹੈ। ਇਸ ਕਰਕੇ ਕਹਿੰਦੇ ਨਹੀਂ ਤਾਂ ਹੋਰ ਥਾਂ ਚਲੇ ਜਾਵਾਂਗੇ, ਉਹਦੀ ਇੱਜ਼ਤ ਘਟਾ ਦੇਵਾਂਗੇ, ਦੂਸਰੇ ਦੀ ਵਧਾ ਦੇਵਾਂਗੇ। ਇੱਦਾਂ ਦੀਆਂ ਗੱਲਾਂ ਮਸੰਦਾਂ ਨੇ ਭ੍ਰਿਸ਼ਟ ਹੋਣ ਤੋਂ ਬਾਅਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਤਿਆਦਿਕ ਲਖ ਮੂਰਖ ਗਰਬੇ, ਨਿਤ ਪ੍ਰਭ ਚਲਤੇ ਪੈ ਕਚਾਲ। ਇਤਿਆਦਿਕ ਸਮਝ ਕੇ ਮੂਰਖ ਬੜੇ ਘਮੰਡੀ ਹੋਵੇ, ਸਦੀਆਂ ਭੈੜੀਆਂ ਚਾਲਾਂ ਚੱਲਿਆ ਕਰਦੇ ਹਨ। ਫਿਰ ਇਦਾਂ ਦੀ ਮਾੜੀ ਮੱਤ ਹੋ ਗਈ। ਗੁਰਬਾਣੀ ਦਾ ਜਿਸ ਤਰ੍ਹਾਂ ਫਰਮਾਨ ਹੈ, ਰੇ ਮਨ ਕੌਣ ਕੋ ਮਤ ਤੈ ਲੀਨੀ। ਇਸ ਕਰਕੇ ਤੇ ਇਹਨਾਂ ਨੇ ਉਹ ਮਾੜੀ ਮੱਤ ਲੈ ਲਈ ਸੀ, ਜਿਹਦੇ ਕਰਕੇ ਇਹਨਾਂ ਦਾ ਚਾਲ ਚਲਣ, ਚਰਿੱਤਰ, ਇਖਲਾਕ ਡਿੱਗ ਪਿਆ। ਭਾਵ ਕਿ ਇੱਦਾਂ ਦੇ ਮੂਰਖ ਹੋ ਗਏ, ਆਪਣੇ ਆਪ ਨੂੰ ਕਹਿਣ ਕਿ ਗੁਰੂ ਤਾਂ ਸਾਡੇ ਕਰਕੇ ਆ, ਜਿਹਦੀ ਚਾਹੀਏ ਪੂਜਾ ਕਰਵਾ ਦਈਏ, ਜਿਹਦੀ ਚਾਹੀਏ ਰੋਕ ਦਈਏ। ਫਿਰ ਹੌਲੀ ਹੌਲੀ ਇੰਨੇ ਭ੍ਰਿਸ਼ਟ ਹੋ ਗਏ, ਜਿਹੜੀਆਂ ਗੱਲਾਂ ਗੁਰਬਾਣੀ ਵਿੱਚ ਰੋਕੀਆਂ ਗਈਆਂ ਨੇ ਉਹ ਵੀ ਇਹਨਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਾਨ ਬਾਰਨੀ ਬਾਰੂ ਬਾਰ ਬਦੂਰਤ ਲੱਗੇ, ਪਾਪ ਮੈਂ ਦੁਸ਼ਟ ਵਸਾਲ। ਫਿਰ ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਗੁਰੂ ਸਾਹਿਬ ਜੀ ਦੇ ਵਿੱਚ ਰਹਿਤਨਾਮਿਆਂ ਦੇ ਵਿੱਚ ਲਿਖਿਆ ਹੈ, ਇਸ ਕਰਕੇ ਤੇ ਸ਼ਰਾਬ ਪੀਣੀ ਮਨਾ ਹੈ। ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਗੁਰੂ ਸਾਹਿਬ ਜੀ ਚੀਜ਼ਾਂ ਤੋਂ ਰੋਕਦੇ ਹਨ। ਤਾਂ ਇਹਨਾਂ ਪ੍ਰਚਾਰਕਾਂ ਨੇ ਸ਼ਰਾਬ ਪੀਣੀ ਵੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਇੰਨੇ ਭ੍ਰਿਸ਼ਟ ਹੋ ਗਏ, ਸ਼ਰਾਬ ਵੀ ਪੀਣੀ ਸ਼ੁਰੂ ਕਰ ਦਿੱਤੀ। ਗੁਰੂ ਮਹਾਰਾਜ ਵਿੱਚ ਲਿਖਿਆ ਹੈ ਕਿ ਪਰ ਇਸਤਰੀ ਦਾ ਸੰਗ ਨਹੀਂ ਕਰਨਾ, ਪਰਦਾਰਾ ਨਿੰਦਿਆ ਰਸ ਰਚਿਓ। ਇਹ ਚੀਜ਼ਾਂ ਵਿੱਚ ਨਹੀਂ ਪੈਣਾ। ਆਪਦੇ ਚਰਿੱਤਰ ਨੂੰ ਬਿਲਕੁਲ ਸਾਫ਼ ਰੱਖਣਾ ਹੈ। ਕਿਸੇ ਹੋਰ ਇਸਤਰੀ ਦੇ ਪਾਸ ਆਪਣੀ ਪਤਨੀ ਤੋਂ ਬਿਨਾਂ ਨਹੀਂ ਜਾਣਾ। ਤਾਂ ਇਹਨਾਂ ਨੇ ਬੇਸ਼ਬਾਵਾਂ ਦੇ ਪਾਸ ਜਾਣਾ ਸ਼ੁਰੂ ਕਰ ਦਿੱਤਾ। ਇਖਲਾਕ ਵੀ ਇਹਨਾਂ ਦਾ ਡਿੱਗ ਪਿਆ, ਨਸ਼ੇ ਵੀ ਇਹ ਕਰਨ ਲੱਗ ਗਏ, ਝੂਠ ਦਾ ਪ੍ਰਚਾਰ ਵੀ ਕਰਨ ਲੱਗ ਗਏ। ਭਾਵ ਕਿ ਦੁਸ਼ਟ ਵਿਸ਼ਾਲ ਪਾਪਾਂ ਦੇ ਵਿੱਚ ਗਰਕ ਹੋ ਗਏ ਹਨ। ਗੁਰ ਮਾਰਿਓ ਤੋ ਦਰਬ ਨ ਦੇਤੋ, ਨਿਜ ਕਟੰਬ ਕਰ ਤੋ ਪ੍ਰਤਪਾਲ। ਜੇ ਕੋਈ ਗਰੀਬ ਸਿੱਖ ਮਿਲ ਜਾਣਾ, ਉਹਨੂੰ ਇਹਨਾਂ ਨੇ ਭੈੜੇ ਬਚਨ ਬੋਲਣੇ। ਨਿਰਦਨ ਸਿੱਖਿਅਨ ਕਉ ਦੁਖਦਾਇਕ, ਝਿਰਕੇ ਕਹਿ ਕੇ ਬੋਲ ਕਰਾਲ। ਉਹਨੂੰ ਬੜੀਆਂ ਝਿੜਕਾਂ ਪਾਉਣੀਆਂ। ਉਹਨੂੰ ਕਹਿਣਾ ਤੂੰ ਗੁਰੂ ਦਾ ਮਾਰਿਆ ਹੈ, ਤੂੰ ਪੈਸੇ ਨਹੀਂ ਸਾਨੂੰ ਦਿੰਦਾ, ਨਿੱਤ ਪਰਿਵਾਰ ਨੂੰ ਪਾਲਦਾ ਹੈ। ਤੇ ਉਹਨੂੰ ਬਹੁਤ ਝਿੜਕਣਾ, ਉਹਨੂੰ ਗਾਲਾਂ ਵੀ ਕੱਢਣ ਲੱਗ ਗਏ ਹਨ, ਕਿਹਾ ਕਰਦੇ ਹਨ। ਫਿਰ ਕਵੀ ਜੀ ਦੱਸਦੇ ਹਨ, ਮੈਂ ਗੁਰ ਕੋ ਸਿੱਖ ਨੈ ਤੁਮ ਲਿਖ ਦਿਓ, ਇਹ ਡਰ ਪੈ ਲਿਖ ਤਨ ਸੀਨ। ਗਰੀਬ ਪਰਿਵਾਰਾਂ ਦੇ ਵਿੱਚ ਜਾ ਕੇ ਕਹਿ ਦੇਣਾ, ਜੇ ਤੂੰ ਪੈਸੇ ਨਹੀਂ ਦੇ ਸਕਦਾ ਤੇ ਲਿਖ ਲਿਖਾ ਕਰ ਸਾਡੇ ਨਾਲ, ਕਹਿ ਦੇ ਲਿਖ ਕੇ ਦੇ ਮੈਂ ਗੁਰੂ ਦਾ ਸਿੱਖ ਨਹੀਂ ਹੈਗਾ, ਤੇ ਅਸੀਂ ਗੁਰੂ ਕੋਲ ਜਾ ਕੇ ਫੜਾ ਦਾਂਗੇ ਪਰਚੀ। ਫਿਰ ਉਸ ਸਿੱਖਾਂ ਨੇ ਡਰ ਜਾਣਾ ਤੇ ਕਹਿਣਾ ਕਿ ਇਹ ਅਸੀਂ ਨਹੀਂ ਲਿਖ ਸਕਦੇ। ਵਿਚਾਰੇ ਗਰੀਬਾਂ ਨੇ ਜਿਵੇਂ ਕਿਵੇਂ ਤੇ ਹੌਲੀ ਹੌਲੀ ਧਨ ਲਿਆ ਕੇ ਦੇਣਾ। ਇੱਦਾਂ ਫਿਰ ਇਹ ਖੋਣ ਲੱਗ ਗਏ। ਦਸਵੰਧ ਦਾ ਅਰਥ ਹੁੰਦਾ ਜਿਹਦੀ ਜਿੰਨੀ ਸ਼ਰਧਾ ਉਹਨਾਂ ਦੇਵੇ। ਕਿਸੇ ਦੀ ਜੇਬ 'ਚੋਂ ਥੋੜ੍ਹੀ ਧੱਕੇ ਨਾਲ ਪੈਸੇ ਕੱਢਣੇ ਨੇ ਗੁਰੂ ਦੇ ਨਾਂ 'ਤੇ। ਇਹ ਤਾਂ ਧੱਕੇ ਦੇ ਨਾਲ ਪੈਸੇ ਖੋਹਣ ਲੱਗ ਗਏ। ਦਾਨ ਹੁੰਦਾ ਸ਼ਰਧਾ ਦੇ ਨਾਲ, ਦਾਨ ਹੁੰਦਾ ਆਪਣੀ ਆਪਣੀ ਵਿੱਤ ਅਨੁਸਾਰ। ਇਹਨਾਂ ਨੇ ਗਰੀਬਾਂ ਨੂੰ ਵੀ ਨਹੀਂ ਛੱਡਿਆ। ਕਵੀ ਜੀ ਕਹਿੰਦੇ ਲਿਖ ਲਿਖਾ ਕਰੋ, ਲਿਖੋ ਅਸੀਂ ਗੁਰੂ ਦੇ ਸਿੱਖ ਨਹੀਂ ਹੈਗੇ, ਥੱਲੇ ਦਸਖਤ ਕਰੋ ਜਾਂ ਅੰਗੂਠਾ ਲਾਓ, ਅਸੀਂ ਗੁਰੂ ਨੂੰ ਜਾ ਕੇ ਫੜਾ ਦਾਂਗੇ। ਇੱਦਾਂ ਝੂਠੀਆਂ ਗੱਲਾਂ ਬਣਾ ਬਣਾ ਕੇ ਗਰੀਬ ਸਿੱਖਾਂ ਦਾ ਲਹੂ ਪੀਤਾ ਹੈ, ਉਹਨਾਂ ਤੋਂ ਵੀ ਧਨ ਖੋਇਆ ਹੈ। ਸ਼੍ਰੀ ਰਾਮ ਰਾਏ ਟਿਕ ਪਹੁੰਚ ਕਰੇ ਪੁਕਾਰ, ਹਮੈਂ ਦੁੱਖ ਦੀਨ। ਇਸ ਕਰਕੇ ਘਰ ਦੀਆਂ ਵਸਤੂਆਂ ਤੱਕ ਵਿਕਾਤੀਆਂ ਸਿੱਖਾਂ ਦੀਆਂ ਇਹਨਾਂ ਨੇ। ਉਹਨਾਂ ਨੇ ਕਹਿਣਾ ਗੁਰੂ ਸਾਹਿਬ ਜੀ ਨੂੰ ਦਸਵੰਧ ਦੇਣਾ, ਲਿਖ ਲਿਖਾ ਕਰ ਨਹੀਂ ਸਕਦੇ, ਘਰ ਵਿੱਚ ਜਿਹੜੀ ਚੀਜ਼ ਹੋਣੀ ਵੇਚ ਦੇਣੀ। ਇੱਦਾਂ ਫਿਰ ਬਹੁਤ ਇਹਨਾਂ ਤੰਗ ਕੀਤਾ, ਪਰੇਸ਼ਾਨ ਕੀਤਾ ਸੰਗਤਾਂ ਨੂੰ। ਕਦੀ ਸ਼੍ਰੀ ਰਾਮ ਰਾਏ ਜੀ ਦੇ ਪਾਸ ਆ ਕੇ ਸਿੱਖ ਪੁਕਾਰ ਕਰਦੇ ਸਨ ਕਿ ਇਹ ਸਾਨੂੰ ਦੁਖੀ ਕਰਦੇ ਨੇ। ਪਰ ਹੌਲੀ ਹੌਲੀ ਬਾਬਾ ਰਾਮ ਰਾਏ ਜੀ ਨੂੰ ਗੁਰੂ ਇਹਨਾਂ ਨੇ ਬਣਾਇਆ ਸੀ ਪ੍ਰਚਾਰ ਨਾਲ, ਤੇ ਸੰਗਤਾਂ ਉੱਥੇ ਆਉਣ ਲੱਗ ਗਈਆਂ
ਕਹਿਣਾ ਗੁਰੂ ਜੀ ਇਹ ਤੁਹਾਡੇ ਪ੍ਰਚਾਰਕ ਸਾਨੂੰ ਤੰਗ ਕਰਦੇ ਨੇ, ਦੁਖੀ ਕਰਦੇ ਨੇ। ਪਰ ਬਾਬਾ ਰਾਮ ਰਾਏ ਜੀ ਦੇ ਵੀ ਵੱਸੋਂ ਬਾਹਰ ਗੱਲ ਹੋ ਗਈ ਹੈ। ਦਰਪ ਮਸੰਦਨ ਤੇ ਨਾ ਪੰਨੇ ਕੁਸ ਕਹਿ ਤਾਕਨ ਕੋ ਖਾਤਰ ਕੀਨ। ਇਸ ਕਰਕੇ ਉਹ ਵੀ ਹੁਣ ਇਹਨਾਂ ਮਸੰਦਾਂ ਤੋਂ ਡਰਨ ਲੱਗ ਗਏ ਸੀ ਕਿ ਇਹਨਾਂ ਕਰਕੇ ਤਾਂ ਮੈਂ ਗੁਰੂ ਹਾਂ, ਇਹ ਝੂਠਾ ਪ੍ਰਚਾਰ ਕਰਦੇ ਆ ਤਾਂ ਹੀ ਮੈਨੂੰ ਲੋਕ ਗੁਰੂ ਮੰਨਦੇ ਨੇ। ਉਹ ਵੀ ਫਿਰ ਥੋੜ੍ਹੇ ਜਿਹੇ ਕੁਝ ਮਿੱਠੇ ਬਚਨ ਬੋਲ ਕੇ ਐਵੇਂ ਉਹਨਾਂ ਨੂੰ ਕਹਿ ਦੇਣਾ ਇੱਦਾਂ ਨਾ ਕਰਿਆ ਕਰੋ ਪਰੋਂ ਪਰੋਂ। ਵੈਸੇ ਬਾਬਾ ਰਾਮ ਰਾਏ ਜੀ ਵੀ ਫਿਰ ਡਰਨ ਲੱਗ ਗਏ ਹਨ ਉਹਨਾਂ ਤੋਂ। ਮੋਹੇਰਾ ਇਸਬਦ ਆਪਣੀ ਸੰਗਤ ਬਾਟ ਮਸੰਦਨ ਦੀਨ। ਇਸ ਤਰ੍ਹਾਂ ਇਹ ਜਿਹੜੇ ਮਸੰਦ ਨੇ ਇਹਨਾਂ ਨੇ ਆਪਣੀਆਂ ਸੰਗਤਾਂ ਦੀਆਂ ਵੰਡੀਆਂ ਪਾ ਦਿੱਤੀਆਂ। ਭਾਵ ਆਖਿਆ ਜਿੱਦਾਂ 5 ਪ੍ਰਚਾਰਕ ਸਨ, ਪਹਿਲੇ ਨੇ ਆਖਿਆ ਉਹ ਇਲਾਕਾ ਤੇਰਾ, ਉਹ ਇਲਾਕਾ ਤੇਰਾ, ਉਹਦੇ ਵਿੱਚੋਂ ਜਿਹੜਾ ਚੜਾਵਾ ਆਵੇਗਾ ਉਹ ਤੂੰ ਰੱਖ ਲਈ, ਦੂਜੇ ਦਾ ਚੜਾਵਾ ਮੈਂ ਰੱਖ ਲਾਂਗਾ, ਤੀਜੇ ਨੂੰ ਆਖਤਾ ਤੂੰ ਫਲਾਣਾ ਇਲਾਕਾ ਲੈ ਲਾ। ਇੱਦਾਂ ਬੰਦੋਬਸਤ ਸਭ ਰੀਤ ਕਰ ਰਾਖੀ ਸ਼ਕਲ। ਸਾਰੀਆਂ ਰੀਤੀਆਂ ਦੇ ਨਾਲ ਬੰਦੋਬਸਤ ਆਪਦਾ ਕਰ ਲਿਆ, ਸਾਰੀ ਸ਼ਕਤੀ ਨੂੰ ਆਪਣੇ ਅਧੀਨ ਕਰ ਲਿਆ। ਇਸ ਕਰਕੇ ਇਹ ਭੈ ਸੀ ਜਿਹੜਾ ਪਹਿਲਾਂ ਗੁਰੂ ਸਾਹਿਬ ਜੀ ਦਾ ਇਹਨਾਂ ਦੇ ਦਿਲ ਵਿੱਚ, ਉਹ ਹਟ ਗਿਆ ਹੁਣ। ਤੇ ਸ਼ਰਾਬਾਂ ਇਹਨਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ ਤੇ ਬਾਕੀ ਸਾਰੇ ਪਾਨ ਸੁਪਾਰੀ ਖਾਣੀਆਂ, ਵੇਸ਼ਵਾਵਾਂ ਕੋਲ ਜਾਣਾ, ਜਿੰਨੇ ਵੀ ਮਾੜੇ ਕਰਮ ਸੀ ਸਾਰੇ ਹੋਣ ਲੱਗ ਗਏ ਹਨ। ਜਦੋਂ ਦੇਤ ਵਡਾਈ ਅਦਕ ਨਿਤ ਜੇ ਮਸੰਦ ਵਿੱਚ ਦੇਸ਼ ਜਿਮ ਅਧੀਨ ਮੇਰੇ ਰਹਿ ਕਰਤ ਪਾਏ ਬਸੇਸ। ਸ੍ਰੀ ਰਾਮ ਰਾਏ ਫਿਰ ਉਹਨਾਂ ਮਸੰਦਾਂ ਨੂੰ ਜਿਹੜੇ ਦੇਸ਼ਾਂ ਵਿੱਚ ਵਿਚਰ ਰਹੇ ਸੀ ਇਹ ਵੀ ਵਡਿਆਈ ਦੇਣ ਲੱਗ ਗਏ ਕਿ ਜਿਵੇਂ ਕਿਵੇਂ ਮੇਰੇ ਅਧੀਨ ਹੀ ਰਹਿਣ। ਉਹਨਾਂ ਬਾਰੇ ਫਿਰ ਵਿਸ਼ੇਸ਼ ਉਪਾਅ ਕਰਿਆ ਕਰਦੇ ਸਨ। ਸਰੂਪੋ ਪਾਵਰ ਦਰਬ ਬੋਧੇਤ ਦਾਨ ਸਨਮਾਨ। ਇਵੇਂ ਫਿਰ ਬੜੇ ਸਰੂਪੇ ਉਹਨਾਂ ਨੂੰ ਦੇਣੇ, ਪੈਸੇ ਵੀ ਦੇਣੇ ਕਿ ਸੰਗਤਾਂ ਨੂੰ ਮੇਰੇ ਕੋਲ ਲਿਆਉਂਦੇ ਨੇ, ਗੁਰੂ ਹਰਿਕ੍ਰਿਸ਼ਨ ਕੋਲ ਨਹੀਂ ਜਾਣ ਦਿੰਦੇ, ਬੜਾ ਦਾਨ ਸਨਮਾਨ ਦਿਆ ਕਰਦੇ ਹਨ। ਸਿੱਖਿਆਨ ਕੋ ਦੁਖ ਦੈ ਕਰ ਨਹਿ ਬਾਰਜਤ ਜਿਸ ਥਾਰ। ਇਵੇਂ ਫਿਰ ਭਾਵ ਸਿੱਖਾਂ ਨੂੰ ਦੁਖੀ ਕਰਨ ਵਾਲੇ ਮਸੰਦਾਂ ਨੂੰ ਬਾਬਾ ਰਾਮ ਰਾਏ ਜੀ ਨੇ ਹਟਾਇਆ ਨਹੀਂ, ਸਗੋਂ ਸਨਮਾਨ ਦਿੱਤਾ। ਜਿਹੜੇ ਸੰਗਤਾਂ ਨੂੰ ਦੁਖੀ ਕਰਕੇ ਆਉਂਦੇ ਸੀ, ਝੂਠ ਦਾ ਪ੍ਰਚਾਰ ਕਰਕੇ ਆਉਂਦੇ ਸੀ ਨਾ, ਉਹਨਾਂ ਨੂੰ ਸਰੂਪੇ ਦਿੰਦੇ ਸੀ ਬਾਬਾ ਰਾਮ ਰਾਏ ਜੀ, ਉਹਨਾਂ ਨੂੰ ਪੈਸੇ ਦਿੰਦੇ ਸੀ ਬਾਬਾ ਰਾਮ ਰਾਏ ਜੀ ਕਿ ਮੇਰੇ ਕੋਲ ਸੰਗਤਾਂ ਲਿਆਉਂਦੇ ਨੇ, ਇਹ ਚੜਾਵਾ ਦਿੰਦੇ ਨੇ। ਚੜਾਵਾ ਵੀ ਕਾਹਦਾ ਦਿੰਦੇ ਸੀ? 70% ਮੰਨ ਲਓ 100% ਆ, 100 ਰੁਪਈਆ ਹੈ, 100 ਰਜਤਪਣ, ਉਦੋਂ ਰਜਤਪਣ ਕਰੰਸੀ ਸੀ, 70 ਉਹ ਰੱਖਦੇ ਸੀ, 30 ਲਿਆ ਕੇ ਦਿੰਦੇ ਸੀ। ਤਾਂ ਬਾਬਾ ਰਾਮ ਰਾਏ ਜੀ ਨੂੰ ਲੱਗਦਾ ਮੈਨੂੰ ਚੜਾਵਾ ਲਿਆ ਕੇ ਦਿੰਦੇ ਨੇ, ਇਸ ਕਰਕੇ ਉਹ ਨਹੀਂ ਹਟਾ ਰਹੇ। ਇਹਨਾਂ ਨੂੰ ਗਲਤ ਕੰਮਾਂ ਤੋਂ ਰੋਕਣਾ ਟੋਕਣਾ ਨਹੀਂ ਕੀਤਾ ਹੈ। ਬਿਗਰੇ ਕਾਚ ਗੁਰਨ ਤੇ ਧੱਤ ਮਹਾਹੰਕਾਰ। ਇਸ ਕਰਕੇ ਕੱਚੇ ਗੁਰੂਆਂ ਦੇ ਵਿਗਾੜੇ ਹੋਏ, ਭਾਵ ਕਿ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਨਹੀਂ ਥਾਪਿਆ, ਇਹਨਾਂ ਮਸੰਦਾਂ ਨੂੰ ਵਿਗਾੜਨ ਦੇ ਵਿੱਚ ਬਾਬਾ ਰਾਮ ਰਾਏ ਜੀ ਦਾ ਪੂਰਾ ਹੱਥ ਸੀ। ਕੱਚੇ ਗੁਰੂਆਂ ਦੇ ਵਿਗਾੜੇ ਹੋਏ ਸਨ ਇਹ, ਜਿਨ੍ਹਾਂ ਨੇ ਹੰਕਾਰ ਧਾਰਨ ਕੀਤਾ। ਭਾਵ ਬਾਬਾ ਰਾਮ ਰਾਏ ਜੀ ਨੇ ਆਪਣਾ ਹਿੱਤ ਦੇਖਿਆ, ਆਪਣਾ ਲਾਭ ਦੇਖਿਆ ਕਿ ਮੈਂ ਇਹਨਾਂ ਨਾਲ ਮਿਲ ਜਾਂ, ਉਹਨਾਂ ਵੀ ਆਪਣਾ ਲਾਭ ਦੇਖਿਆ ਮਸੰਦਾਂ ਨੇ, ਉਹ ਇਹਨਾਂ ਨਾਲ ਮਿਲ ਗਏ। ਇਸ ਕਰਕੇ ਸਭ ਕੁਝ ਜੋ ਹੋਇਆ, ਅਖੀਰਲੀ ਪੰਕਤੀ ਵਿੱਚ ਕਵੀ ਸੰਤੋਖ ਸਿੰਘ ਜੀ ਫਰਮਾਉਂਦੇ ਹਨ, ਬਾਦਸ਼ਾਹ ਦਸਵੇਂ ਬਿਨਾ ਕੌਣ ਸੁਧਾਰੇ ਮਾਰ। ਕਹਿੰਦੇ ਨੇ ਪਾਤਸ਼ਾਹ ਦਸਵੇਂ ਬਿਨਾ, ਕਹਿੰਦੇ ਹੁਣ ਇਹਨਾਂ ਇੰਨੇ ਵਿਗੜਿਆਂ ਹੋਇਆਂ ਨੂੰ ਕੌਣ ਸੁਧਾਰ ਸਕਦਾ ਭਾਈ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਕੌਣ ਸੁਧਾਰੇ ਮਾਰ। ਇਹਨਾਂ ਨੂੰ ਮਾਰ ਮਾਰ ਕੇ, ਕੁੱਟ ਕੁੱਟ ਕੇ ਇਹਨਾਂ ਦਾ ਸੁਧਾਰ ਕੌਣ ਕਰੇ। 10ਵੇਂ ਪਾਤਸ਼ਾਹ ਜੀ ਆਉਣਗੇ, ਇਹਨਾਂ ਨੂੰ ਬਣਦੀ ਸਜ਼ਾ ਦੇਣਗੇ। ਉਹਨਾਂ ਤੋਂ ਬਿਨਾ ਕੌਣ ਆ ਭਾਈ ਜਿਹੜਾ ਇਹਨਾਂ ਦਾ ਸੁਧਾਰ ਕਰ ਸਕਦਾ। ਜਿੰਨਾ ਕਰਨਾ ਸੀ ਉਹਨਾਂ ਨੇ ਤਾਂ ਇਹਨਾਂ ਨੂੰ ਵਿਗਾੜਿਆ। ਗੁਰੂ ਪੁੱਤਰ ਹੋਣ ਕਰਕੇ ਵੀ, ਜੇਠਾ ਪੁੱਤਰ ਹੋਣ ਕਰਕੇ ਬਾਬਾ ਰਾਮ ਰਾਏ ਜੀ ਨੇ ਆਪਣੇ ਫਰਜ਼ਾਂ ਤੋਂ ਪਾਸੇ ਹੋ ਕੇ, ਇਸ ਤਰ੍ਹਾਂ ਈਰਖਾ ਅਧੀਨ ਹੋ ਕੇ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਵਿਗਾੜ ਦਿੱਤਾ
ਤੇ ਉਹਨਾਂ ਵੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਵੇਸ਼ਵਾਵਾਂ ਦੇ ਪਾਸ ਜਾਣਾ ਸ਼ੁਰੂ ਕਰ ਦਿੱਤਾ, ਇਖਲਾਕ ਤੋਂ ਡਿੱਗ ਪਏ। ਜਿਹਦਾ ਇਖਲਾਕ ਡਿੱਗ ਗਿਆ ਬਸ ਸਮਝੋ ਸਿੱਖੀ ਡਿੱਗ ਪਈ ਤੇ ਉਹ ਪਾਪਾਂ ਦੇ ਵਿੱਚ ਗਰਕ ਹੋ ਗਏ। ਗਰੀਬ ਸਿੱਖਾਂ ਤੋਂ ਧੱਕੇ ਨਾਲ ਉਹਨਾਂ ਦੀਆਂ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਵੇਚ ਕੇ ਉਹਨਾਂ ਤੋਂ ਧੱਕੇ ਨਾਲ ਪੈਸੇ ਖੋਹਦੇ ਸੀ ਤੇ ਇੱਦਾਂ ਫਿਰ ਇਹ ਆਪ ਅਮੀਰ ਬਣ ਗਏ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਇਸ ਕਰਕੇ ਜਿਵੇਂ ਗੁਰਬਾਣੀ ਕਹਿੰਦੀ ਪਰਾਇਆ ਹੱਕ ਪਰਾਇਆ ਮਾਸ ਖਾਣ ਬਰਾਬਰ ਹੈ। ਜਿਵੇਂ ਜਿਹੋ ਜਿਹੀ ਗਾਂ ਖਾ ਲਈ, ਜਿਹੋ ਜਿਹਾ ਸੂਰ ਖਾ ਲਿਆ, ਭਾਵ ਕਿਸੇ ਦਾ ਹੱਕ ਖਾ ਲਿਆ, ਇਹਦੇ ਬਰਾਬਰ ਆ। ਤਾਂ ਇਹਨਾਂ ਨੇ ਵੈਸੇ ਵੀ ਮਾਸ ਖਾਧਾ, ਗਰੀਬਾਂ ਦਾ ਲਹੂ ਵੀ ਪੀਤਾ, ਸ਼ਰਾਬ ਵੀ ਪੀਤੀ ਆ। ਹੁਣ ਕੌਣ ਆ ਜਿਹੜਾ ਇਹਨਾਂ ਨੂੰ ਸੁਧਾਰੂਗਾ? ਇਹ ਤਾਂ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕਚੀਲਤਾ ਕਤੇਬਨ ਕਰਾਣ ਕੀ, ਪਾਪ ਹੀ ਪਰਪੱਕ ਜਾਤੇ ਧਰਮਤ ਸਕ ਜਾਤੇ, ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ। ਸ਼੍ਰੀ ਗੁਰੂ ਗੋਬਿੰਦ ਸਿੰਘ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤੀ ਨ ਹੋਤੀ ਜੋ ਪੈ ਕਰਨਾ ਨਿਧਾਨ ਕੀ। ਇਹਨਾਂ ਨੂੰ ਸੁਧਾਰਨ ਲਈ 10ਵੇਂ ਜਾਮੇ ਵਿੱਚ ਗੁਰੂ ਨਾਨਕ ਜੀ ਨੇ ਆਉਣਾ ਹੈ। ਇਹਨਾਂ ਹੰਕਾਰਿਆਂ ਹੋਇਆਂ ਨੂੰ ਸੁਧਾਰਨਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਕੌਣ ਇਹਨਾਂ ਦਾ ਸੁਧਾਰ ਕਰ ਸਕਦਾ? ਤਾਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਸਾੜਿਆ ਸੀ ਅੱਗ ਵਿੱਚ ਪਾ ਕੇ। ਉਹ ਅੱਗੇ 10ਵੇਂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਆਵੇਗਾ। ਅੱਗੇ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਤਾਪ ਰੋਕਣਾ ਤਾਂ ਚਾਹਿਆ ਸੀ ਬਾਬਾ ਰਾਮ ਰਾਏ ਜੀ ਨੇ, ਬੜਾ ਰੋਕਿਆ, ਯਤਨ ਬੜੇ ਕੀਤੇ, ਪਰ ਉਹ ਪ੍ਰਤਾਪ ਕਿਵੇਂ ਵਧਿਆ? ਫਿਰ ਵੀ ਵੱਧਦਾ ਹੀ ਗਿਆ। ਤੇ ਬਾਬਾ ਰਾਮ ਰਾਏ ਜੀ ਕਿਵੇਂ ਈਰਖਾ ਕਰਦੇ ਗਏ, ਕਿਵੇਂ ਗੁਰੂ ਮਹਾਰਾਜ ਦੀਆਂ ਨਿਗਾਹ ਦੇ ਵਿੱਚ ਕਿਸ ਪ੍ਰਕਾਰ ਡਿੱਗਦੇ ਗਏ ਹੋ। ਫਿਰ ਇਹ ਅਗਲੇ ਪ੍ਰਸੰਗ 'ਚ ਤੁਸੀਂ ਸਰਵਣ ਕਰੋਗੇ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਸਾਹਿਬ ਜੀ ਦੀ ਸ਼ਾਨ, ਗੁਰੂ ਹਰਕ੍ਰਿਸ਼ਨ ਜੀ ਦੀ ਸ਼ਾਨ ਬੜੀ ਉੱਚੀ ਹੈ। ਬੋਲਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਸਾਨੂੰ ਬਖਸ਼ ਲੈਣ ਅੱਗੇ ਵਾਸਤੇ ਅਸੀਸ ਬਖਸ਼ੋ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣੀ ਕਰਦੇ ਹਾਂ। ਬਿਗੜੇ ਕਾਚ ਗੁਣ ਤੇ ਧਰਤ ਮਹਾਹੰਕਾਰ, ਪਾਤਸ਼ਾਹ ਦਸਵੇਂ ਬਿਨਾ ਕੌਣ ਸੁਧਾਰੇ ਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।